ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਵਾਹਿਗੁਰੂ ਸਾਹਿਬ ਜੀਓ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਜੁਨੀ ਸੈਭੰ ਗੁਰ ਪ੍ਰਸਾਦ। ਹਮ ਅਵਗੁਣ ਭਰੇ ਏਕ ਗੁਣ ਨਹੀਂ। ਅੰਮ੍ਰਿਤ ਛਾੜ ਬਿਖੈ ਬਿਕ ਖਾਹੀ। ਮਾਇਆ ਮੋਹ ਭਰਮ ਪੈ ਭੁਲੀ। ਸੁਤ ਦਾਰਾ ਸਿਉ ਪ੍ਰੀਤ ਲਗਾਈ। ਇਕ ਉੱਤਮ ਪੰਥ ਸੁਨੇਹੁ ਗੁਰ ਸੰਗਤ। ਤਹ ਮਿਲੰਤ ਜਮ ਤਰਾਸ ਮਿਟਾਈ। ਇਕ ਅਰਦਾਸ ਭਾਟ ਕੀਰਤ ਕੀ। ਗੁਰ ਰਾਮ ਦਾਸ ਰਾਖੋ ਸ਼ਰਨਾਈ। ਇਕ ਅਰਦਾਸ ਭਾਟ ਕੀਰਤ ਕੀ। ਗੁਰ ਰਾਮ ਦਾਸ ਰਾਖੋ ਸ਼ਰਨਾਈ। ਕਰਨੋ ਉਤੋ ਸੋ ਨ ਕੀਓ। ਪਰਿਉ ਲੋਭ ਕੈ ਫੰਦ। ਨਾਨਕ ਸਮਿਉ ਰਮ ਗਇਓ। ਅਬ ਕਿਉ ਰੋਵਤ ਅੰਧ। ਨਾਨਕ ਸਮਿਉ ਰਮ ਗਇਓ। ਅਬ ਕਿਉ ਰੋਵਤ ਅੰਧ। ਪਰਮ ਸਤਿਕਾਰਯੋਗ ਗੁਰੂ ਪਿਆਰੀ ਗੁਰੂ ਸਵਾਰੀ ਸਤ ਸੰਗਤ ਜੀ, ਵੱਡਿਆਂ ਭਾਗਾਂ ਵਾਲੇ ਹਾਂ। ਇਸ ਪਾਵਨ ਅਸਥਾਨ ਉੱਪਰ ਚੱਲ ਰਹੇ ਹਫ਼ਤਾਵਾਰੀ ਗੁਰਮਤਿ ਸਮਾਗਮ ਤਿੰਨਾਂ ਦੇ ਅੰਦਰ ਆਪ ਜੀ ਨੇ ਬੜੇ ਹੀ ਪਿਆਰ ਦੇ ਨਾਲ ਭਾਈ ਸਾਹਿਬ ਜੀ ਦੇ ਪਾਸੋਂ ਸੋਧਰ ਬਾਣੀ ਦੇ ਪਾਠਾਂ ਨੂੰ ਸਰਵਣ ਕੀਤਾ। ਰੱਬੀ ਬਾਣੀ, ਇਕਾਲੀ ਬਾਣੀ ਨੂੰ ਸਰਵਣ ਕਰਕੇ ਆਪਣੇ ਜੀਵਨ ਦੇ ਕੁਝ ਕੁ ਜਿਹੜੇ ਪਾਲਣੇ ਇਹਨਾਂ ਨੂੰ ਸਫਲਾ ਬਣਾਉਣ ਦਾ ਯਤਨ ਕਰ ਰਹੇ ਸਾਂ। ਆਓ ਕੁਝ ਸਮੇਂ ਦੇ ਲਈ ਗੁਰਮਤਿ ਵਿਚਾਰਾਂ ਦੇ ਨਾਲ ਸਾਂਝ ਪਾਈਏ। ਵਿਚਾਰਾਂ ਦੀ ਆਰੰਭਤਾ ਤੋਂ ਪਹਿਲਾਂ ਮਨ ਦੀਆਂ ਬਿਰਤੀਆਂ ਨੂੰ ਕਰੋ ਇਕਾਗਰ। ਗੁਰਫਤਿਹ ਦੇ ਨਾਲ ਸਾਂਝ ਪਾਓ। ਬੜੇ ਹੀ ਪਿਆਰ ਦੇ ਨਾਲ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਨੌਵੇਂ ਪਾਤਸ਼ਾਹ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਜੀ ਤਿੰਨਾਂ ਦੇ ਪਾਵਨ ਗੁਰਬਾਣੀ ਦੇ ਵਿੱਚੋਂ ਜੋ ਅੰਤ ਦੇ ਵਿੱਚ 9ਵੇਂ ਮਹੱਲੇ ਦੇ ਸ਼ਲੋਕ, ਉਹਦੇ ਵਿੱਚੋਂ 36 ਨੰਬਰ ਜੋ ਸ਼ਲੋਕ ਹੈ ਆਪ ਜੀ ਨੇ ਸਰਵਣ ਕੀਤਾ। ਸਤਿਗੁਰੂ ਪਾਤਸ਼ਾਹ ਜੀ ਇਸ ਸ਼ਲੋਕ ਦੇ ਅੰਦਰ
ਮਨੁੱਖਤਾ ਨੂੰ ਸਮਝਾਉਣ ਦਾ ਯਤਨ ਕਰਦੇ ਵੀ ਕਰਨੋ ਪੁੱਤੋ ਸੋ ਨਾ ਕੀਓ, ਪਰਿਉ ਲੋਭ ਕੈ ਫੰਦ। ਕਰਨੋ ਦਾ ਅਰਥ ਜੋ ਕੰਮ ਕਰਨ ਵਾਲਾ, ਜੋ ਕੰਮ ਕਰਨਾ ਸੀ, ਜਿਸ ਕੰਮ ਦੇ ਲਈ ਮਨੁੱਖ ਇਸ ਸੰਸਾਰ ਦੇ ਉੱਤੇ ਆਇਆ, ਇਹ ਜਨਮ ਮਿਲਿਆ, ਮਨੁੱਖਾ ਜਨਮ ਮਿਲਿਆ। ਕਰਨੋ ਪੁੱਤੋ ਸੋ ਨਾ ਕੀਓ, ਵੀ ਜੋ ਕੰਮ ਇਸ ਸੰਸਾਰ ਦੇ ਅੰਦਰ ਕਰਨਾ ਸੀ, ਜਿਸ ਕਰਕੇ ਤੈਨੂੰ ਇਹ ਮਨੋਰਥ ਮਿਲਿਆ, ਕਹਿੰਦੇ ਉਹ ਕੰਮ ਕਰਨ ਦੀ ਬਜਾਏ ਪਰਿਓ ਲੋਭ ਕੈ ਫੰਦ। ਤੇ ਇਹ ਜੋ ਲੋਭ ਦੀ, ਇਹ ਜੋ ਲਾਲਚ ਦੀ, ਇਹ ਜੋ ਫਾਹੀ ਸੀ ਵੀ ਇਹ ਆਪਣੇ ਗਲ ਦੇ ਵਿੱਚ ਪਾ ਲਈ। ਸਾਰੀ ਉਮਰ ਮਨੁੱਖ ਦੀ ਜ਼ਿੰਦਗੀ ਲੰਘ ਗਈ, ਸਮਾਂ ਸਾਰਾ ਲੰਘ ਗਿਆ, ਬੀਤ ਗਿਆ। ਸਾਰੀ ਉਮਰ ਬੰਦੇ ਦੇ ਮਨ ਦੇ ਵਿੱਚੋਂ ਇਹ ਜੋ ਲੋਭ ਦੀ ਬਿਰਤੀ ਹੈ ਵੀ ਇਹ ਕਦੇ ਖਤਮ ਨਾ ਹੋਈ, ਕਦੇ ਵੀ ਮੁੱਕੀ ਨਾ। ਸਰੀਰ ਦੇ ਵਿੱਚੋਂ ਸਵਾਸ ਨਿਕਲ ਗਈ, ਤਨ ਦਾ ਨਾਸ਼ ਹੋ ਗਿਆ, ਪਰ ਇਹ ਮਨ ਦੇ ਵਿੱਚੋਂ ਲੋਭ ਨਾ ਖਤਮ ਹੋਇਆ, ਇਹ ਲਾਲਚ ਨਾ ਖਤਮ ਹੋਇਆ। ਜਦੋਂ ਸਿਆਣੇ ਵਿਦਵਾਨਾਂ ਨੂੰ, ਮਹਾਂਪੁਰਸ਼ਾਂ ਨੂੰ ਪੜ੍ਹਦੇ ਆ, ਗੁਰਬਾਣੀ ਨੂੰ ਵੀ ਪੜ੍ਹਦੇ ਆ, ਤੇ ਮੰਨਿਆ ਜਾਂਦਾ ਵੀ ਮਨੁੱਖ ਦੇ ਅੰਦਰ 5 ਵਿਕਾਰ ਨੇ। ਸਭ ਤੋਂ ਪਹਿਲਾ ਕਾਮ, ਦੂਜਾ ਕ੍ਰੋਧ, ਤੀਜਾ ਲੋਭ, ਚੌਥਾ ਮੋਹ ਤੇ ਪੰਜਵਾਂ ਹੰਕਾਰ। ਵੀ ਜੇਕਰ ਤਰਤੀਬ ਦੀ ਗੱਲ ਕਰੀਏ ਤੇ ਲੋਭ ਨੂੰ ਜਿਹੜੀ ਤਰਤੀਬ ਦਿੱਤੀ ਗਈ ਵੀ ਉਹ ਦਿੱਤੀ ਗਈ ਸੈਂਟਰ ਦੇ ਵਿੱਚ, ਕਿਉਂਕਿ ਇਹ ਇੱਕ ਲੋਭ ਇਹੋ ਜਿਹਾ ਵਿਕਾਰ ਹੈ ਵੀ ਜਿਹੜਾ ਕਾਮ ਤੇ ਕ੍ਰੋਧ ਦੇ ਉੱਤੇ ਵੀ ਭਾਰੀ ਹੈ, ਇਹਦੇ ਉੱਤੇ ਵੀ ਆਪਣਾ ਕਬਜ਼ਾ ਕਰੀ ਬੈਠਾ ਹੈ, ਤੇ ਮੋਹ ਤੇ ਹੰਕਾਰ ਦੇ ਉੱਤੇ ਵੀ ਇਹ ਭਾਰੀ ਹੈ। ਵੀ ਇਹਦੇ ਕਰਕੇ ਜਿਹੜੀ ਇਹ ਤਰਤੀਬ ਦਿੱਤੀ ਗਈ ਵੀ ਇਹਨੂੰ ਸੈਂਟਰ ਦੇ ਵਿੱਚ ਰੱਖਿਆ ਗਿਆ। 2 ਪਹਿਲਾਂ ਆ ਗਏ ਤੇ 2 ਲਾਸਟ ਦੇ ਵਿੱਚ। ਜਿਸ ਬੰਦੇ ਦੇ ਅੰਦਰ ਲੋਭ ਹੋਵੇਗਾ, ਹੰਕਾਰ ਹੋਵੇਗਾ, ਲੋਭੀ ਹੋਵੇਗਾ, ਉਸ ਬੰਦੇ ਦੇ ਅੰਦਰ ਮੋਹ ਜ਼ਰੂਰ ਹੋਵੇਗਾ, ਮੋਹ ਦੀ ਬਿਰਤੀ ਪੱਕੀ ਹੋਵੇਗੀ। ਤੇ ਜਿਸ ਬੰਦੇ ਦੇ ਅੰਦਰ ਮੋਹ ਹੋਵੇਗਾ, ਮੋਹ ਦੀ ਭਾਵਨਾ ਹੋਵੇਗੀ, ਫਿਰ ਉਹ ਬੰਦਾ ਕਾਮੀ ਜ਼ਰੂਰ ਹੋਵੇਗਾ, ਤੇ ਉਹਦੇ ਨਾਲ ਨਾਲ ਬੰਦਾ ਹੰਕਾਰੀ ਵੀ ਬੜਾ ਹੋਵੇਗਾ, ਮਨ ਦੇ ਅੰਦਰ ਹੰਕਾਰ ਵੀ ਆ ਜਾਂਦਾ ਹੈ। ਤੇ ਜਦੋਂ ਬੰਦੇ ਦੇ ਮਨ ਦੇ ਅੰਦਰ ਇਹ ਜਿਹੜੇ 4 ਵਿਕਾਰ ਨੇ ਇਹ ਘਰ ਕਰ ਜਾਂਦੇ ਨੇ, ਲੋਭ, ਮੋਹ, ਕ੍ਰੋਧ ਤੇ ਕਾਮ, ਤੇ ਇਹ ਗੱਲ ਪੱਕੀ ਹੈ ਵੀ ਫਿਰ ਬੰਦੇ ਦੇ ਅੰਦਰ ਫਿਰ ਜੋ ਕ੍ਰੋਧ ਦੀ, ਤ੍ਰਿਸ਼ਨਾ ਦੀ ਜਿਹੜੀ ਅੱਗ ਹੈ ਵੀ ਉਹ ਜ਼ਰੂਰ ਬਲਦੀ ਹੈ, ਤ੍ਰਿਸ਼ਨਾ ਦੀ ਅੱਗ। ਤੇ ਫਿਰ ਬੰਦਾ ਇਹਨਾਂ 5 ਵਿਕਾਰਾਂ ਦੇ ਵਿੱਚ ਇੰਨਾ ਗਲਤਾਨ ਹੋ ਜਾਂਦਾ ਵੀ ਸਾਰਾ ਸਮਾਂ ਲੰਘ ਜਾਂਦਾ, ਸਾਰੀ ਉਮਰ ਲੰਘ ਜਾਂਦੀ ਹੈ। ਪਰਿਓ ਲੋਭ ਕੈ ਫੰਦ, ਨਾਨਕ ਸਮਿਓ ਰਮ ਗਿਓ, ਅਬ ਕਿਉਂ ਰਾਗੋ ਧਿਆਨ। ਫਿਰ ਇਹ ਜ਼ਿੰਦਗੀ ਦੇ ਅੰਦਰ ਜੋ ਪ੍ਰਾਣ ਮਿਲੇ, ਇਹ ਸਵਾਸ ਮਿਲੇ, ਵੀ ਸਾਰਾ ਸਮਾਂ ਲੰਘ ਗਿਆ, ਸਾਰਾ ਸਮਾਂ ਗੁਜ਼ਰ ਗਿਆ। ਵੀ ਜਦੋਂ ਅੰਤਲਾ ਸਮਾਂ ਨੇੜੇ ਆਇਆ, ਵੀ ਪਤਾ ਲੱਗਾ ਵੀ ਸੰਸਾਰ ਤੋਂ ਜਾਣਾ, ਫਿਰ ਬੰਦਾ ਦੁਖੀ ਬੜਾ ਹੋਇਆ ਵੀ ਜਿਸ ਕੰਮ ਦੇ ਕਰਕੇ ਮੈਂ ਸੰਸਾਰ ਦੇ ਅੰਦਰ ਆਇਆ ਸਾਂ ਵੀ ਇਹ ਤੇ ਕੰਮ ਕੀਤਾ ਨਹੀਂ। ਤੇ ਇਸ ਲੋਭ ਦੇ ਵਿੱਚ ਵੱਜਾ ਹੋਇਆ ਜਿਹੜਾ ਮਨੁੱਖ ਹੈ, ਫਿਰ ਇਹ 4 ਜਿਹੜੇ ਵਿਕਾਰ ਨੇ ਵੀ ਇਹਨਾਂ 4 ਵਿਕਾਰਾਂ ਦੇ ਉੱਤੇ ਕਾਬਜ਼ ਜ਼ਰੂਰ ਹੁੰਦਾ ਹੈ। ਜਿਹੜਾ ਬੰਦਾ ਲੋਭੀ ਹੋਵੇਗਾ, ਲੋਭੀ ਦਾ ਪ੍ਰਭਾਵ ਕਾਮ ਤੇ ਕ੍ਰੋਧ ਦੇ ਉੱਤੇ ਵੀ ਪੈਂਦਾ, ਤੇ ਲੋਭ ਦਾ ਜਿਹੜਾ ਪ੍ਰਭਾਵ ਹੈ ਉਹ ਹੰਕਾਰ ਤੇ ਮੋਹ ਦੇ ਉੱਤੇ ਵੀ ਪੱਕਾ ਹੈ। ਤੇ ਵਿਦਵਾਨ ਪੁਰਸ਼ਾਂ ਨੇ ਵੀ ਇਸ ਲੋਭ ਦੇ ਬੜੇ ਪਿਆਰੇ ਅਰਥ ਕੀਤੇ। ਵੈਸੇ ਤੇ ਸਭ ਨੂੰ ਪਤਾ ਵੀ ਲੋਭ ਹੁੰਦਾ ਕੀ ਹੈ, ਲਾਲਚ। ਲੋਭ ਦੇ ਅਖਰੀ ਅਰਥ ਕਰੀਏ ਵੀ ਲਾਲਚ। ਤੇ ਭਾਈ ਕਾਹਨ ਸਿੰਘ ਨਾਭਾ ਦੇ ਜਦੋਂ ਗੁਰਮਤਿ ਮਾਰਤੰਡ ਨੂੰ ਪੜ੍ਹਦੇ ਆ, ਇਸ ਦੇ ਅੰਦਰ ਵੀ ਜਦੋਂ ਲੋਭ ਦੇ ਪਰਥਾਈ ਪੜ੍ਹਿਆ ਜਾਵੇ ਵੀ ਲੋਭ ਹੈ ਕੀ ਹੈ, ਤੇ ਲੋਭ ਦੇ ਬਾਰੇ ਇਹ ਗੱਲ ਲਿਖੀ ਹੋਈ ਹੈ ਬਕਾਇਦਾ ਵੀ ਕਿਸੇ ਵੀ ਵਸਤੂ ਨੂੰ ਜੋ ਦੂਸਰੇ ਮਨੁੱਖ ਦੇ ਕੋਲ ਹੈ, ਭਾਵੇਂ ਉਹ ਧਨ ਸੰਪਤੀ ਹੋਵੇ, ਭਾਵੇਂ ਕੋਈ ਪੈਸਾ ਹੋਵੇ, ਭਾਵੇਂ ਕਿਸੇ ਵੀ ਪ੍ਰਕਾਰ ਦੇ ਕੋਈ ਚੀਜ਼ ਹੋਵੇ, ਕੋਈ ਘਰ ਹੋਵੇ, ਕੋਈ ਗੱਡੀ ਹੋਵੇ, ਬੰਦੇ ਦੇ ਅੰਦਰ ਇਹ ਬਿਰਤੀ ਹੁੰਦੀ ਹੈ ਵੀ ਜਦੋਂ ਕਿਸੇ ਦੇ ਘਰ ਦੇ ਵਿੱਚ ਕੋਈ ਚੀਜ਼ ਹੋਵੇ ਨਾ, ਧਨ ਸੰਪਤੀ ਹੋਵੇ, ਜ਼ਮੀਨ ਜਾਇਦਾਦ ਹੋਵੇ,
ਤੇ ਬੰਦਾ ਸੋਚਦਾ ਵੀ ਇਸ ਧਨ ਸੰਪत्ति ਨੂੰ, ਇਸ ਜ਼ਮੀਨ ਜਾਇਦਾਦ ਨੂੰ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਖੋਹ ਲਿਆ ਜਾਵੇ, ਆਪਣਾ ਬਣਾ ਲਿਆ ਜਾਵੇ। ਤੇ ਫਿਰ ਬੰਦਾ ਯਤਨ ਵੀ ਬੜੇ ਕਰਦਾ ਤੇ ਉਹਦੇ ਲਈ ਭਾਵੇਂ ਕੋਈ ਛਲ ਕਰਨਾ ਪਵੇ, ਕਪਟ ਕਰਨਾ ਪਵੇ, ਲੋਭ ਕਰਨਾ ਪਵੇ, ਠੱਗੀ ਮਾਰਨੀ ਪਵੇ, ਬੇਈਮਾਨੀ ਕਰਨੀ ਪਵੇ, ਭਾਵ ਧੋਖਾਧੜੀ ਕਰਨਾ ਹੋਵੇ, ਛਲ ਕਰਨਾ ਪਵੇ, ਕਿਸੇ ਪ੍ਰਕਾਰ ਦਾ ਕੋਈ ਕਾਰਜ ਕਰਨਾ ਹੋਵੇ, ਮਾੜੇ ਤਰੀਕੇ ਦੇ ਨਾਲ, ਅਯੋਗ ਢੰਗ ਦੇ ਨਾਲ ਵੀ ਉਸ ਚੀਜ਼ ਦੀ ਪ੍ਰਾਪਤੀ ਨੂੰ ਲੋਭ ਕਿਹਾ ਜਾਂਦਾ ਹੈ। ਵੀ ਵੈਸੇ ਇਹ ਨਹੀਂ ਵੀ ਕੇਵਲ ਪੈਸਾ, ਜਿਸ ਬੰਦੇ ਦੇ ਕੋਲ ਜ਼ਿਆਦਾ ਪੈਸਾ ਵੀ ਉਹ ਲੋਭੀ ਹੋਵੇਗਾ, ਨਹੀਂ। ਜੋ ਬੰਦੇ ਨੇ ਕਿਰਤ ਕਰਕੇ ਵੀ, ਆਪਣੀ ਦਸਾਂ ਨੋਹਾਂ ਦੀ ਕਿਰਤ ਕਰਕੇ ਜੋ ਮਿਹਨਤ ਕੀਤੀ ਹੈ, ਵੀ ਬੰਦੇ ਦੇ ਮਨ ਦੇ ਅੰਦਰ ਇਹ ਬਿਰਤੀ ਨਹੀਂ, ਉਹ ਲੋਭੀ ਨਹੀਂ ਹੈ, ਉਹਨੇ ਤੇ ਮਿਹਨਤ ਕੀਤੀ। ਪਰ ਹਾਂ ਵੀ ਜਿਸ ਬੰਦੇ ਦੇ ਅੰਦਰ ਵੀ ਦੂਸਰਿਆਂ ਦੀ ਚੀਜ਼ਾਂ ਨੂੰ ਵੇਖ ਕੇ ਵੀ ਮਨ ਦੇ ਅੰਦਰ ਇਹ ਵਿਚਾਰ ਆਵੇ ਵੀ ਇਹ ਜਿਹੜੀਆਂ ਚੀਜ਼ਾਂ ਨੇ ਕਿਸੇ ਨਾ ਕਿਸੇ ਤਰੀਕੇ ਦੇ ਨਾਲ, ਢੰਗ ਤਰੀਕੇ ਦੇ ਨਾਲ ਵੀ ਇਹਨਾਂ ਚੀਜ਼ਾਂ ਨੂੰ ਅਸੀਂ ਆਪਣਾ ਬਣਾ ਲਈਏ, ਵੀ ਇਹ ਚੀਜ਼ਾਂ ਮੇਰੀਆਂ ਬਣ ਜਾਣ, ਤੇ ਉਹਨੂੰ ਫਿਰ ਭਾਈ ਕਾਹਨ ਸਿੰਘ ਨਾਭਾ ਜੀ ਆਖਦੇ ਵੀ ਉਹ ਹੈ ਲੋਭ, ਭਾਵ ਅਯੋਗ, ਕਿਸੇ ਵੀ ਵਸਤੂ ਨੂੰ ਅਯੋਗ ਢੰਗ ਦੇ ਨਾਲ ਪ੍ਰਾਪਤ ਕਰਨਾ। ਵੀ ਜੋ ਮਿਲ ਗਿਆ ਸਤ ਬਚਨ ਕਰਕੇ ਮੰਨ ਲਿਆ ਵੀ ਇਹ ਵੀ ਹੋ ਗਿਆ ਬੰਦੇ ਦਾ ਸੰਤੋਖ, ਸੰਤੋਖੀ ਬਿਰਤੀ। ਵੀ ਜੋ ਰੱਬ ਨੇ ਦੇ ਦਿੱਤਾ ਵੀ ਉਸ ਦੇ ਵਿੱਚ ਹੀ ਸ਼ੁਕਰਾਨਾ ਕਰ ਦਿੱਤਾ, ਵੀ ਰੱਬ ਦਾ ਸ਼ੁਕਰਾਨਾ ਕੀਤਾ ਵੀ ਹਾਂ ਵੀ ਜੋ ਮੇਰੇ ਕੋਲ ਹੈ ਵੀ ਉਹ ਮੇਰੇ ਲਈ ਠੀਕ ਹੈ। ਕਿਉਂਕਿ ਹਰੇਕ ਬੰਦੇ ਦੀਆਂ ਤਿੰਨ ਤੇ ਮੰਗਾਂ ਹੁੰਦੀਆਂ ਨੇ। ਸਭ ਤੋਂ ਪਹਿਲੀ ਮੰਗ ਕੁੱਲੀ, ਜੁੱਲੀ ਤੇ ਗੁੱਲੀ। ਵੀ ਸਾਰੀ ਉਮਰ ਬੰਦਾ ਇਹ ਤਿੰਨ ਜਿਹੜੀਆਂ ਮੰਗਾਂ ਨੂੰ ਪੂਰੀ ਕਰਦਾ ਹੀ ਆਪਣੀ ਸਾਰੀ ਉਮਰ ਲੰਘਾ ਦਿੰਦਾ ਹੈ। ਤੇ ਸਤਿਗੁਰੂ ਪਾਤਸ਼ਾਹ ਜੀ ਆਖਦੇ ਨੇ ਵੀ ਭਾਈ ਵੀ ਜੇਕਰ ਤੇਰੇ ਕੋਲ ਇਹ ਖਾਣ ਦੇ ਲਈ ਗੁੱਲੀ, ਖਾਣ ਦੇ ਲਈ ਪਕਵਾਨ, ਤੇ ਰਹਿਣ ਦੇ ਲਈ ਮਕਾਨ ਹੋਵੇ, ਤੇ ਉੱਪਰ ਲੈਣ ਦੇ ਲਈ, ਪਹਿਨਣ ਦੇ ਲਈ ਕੱਪੜੇ ਹੋਣ, ਵੀ ਜੇਕਰ ਤੇਰੇ ਕੋਲ ਇਹ ਤਿੰਨ ਚੀਜ਼ਾਂ ਹੈ ਨੇ, ਵੀ ਫਿਰ ਵੀ ਜੇਕਰ ਤੂੰ ਦੂਸਰਿਆਂ ਦੀ ਨਿਗਾਹਾਂ ਵੱਲ ਵੇਖ ਕੇ, ਦੂਸਰਿਆਂ ਦੀਆਂ ਚੀਜ਼ਾਂ ਵੱਲ ਦੇਖ ਕੇ ਤੇਰੇ ਮਨ ਦੇ ਅੰਦਰ ਇਹ ਲਾਲਸਾ ਪੈਦਾ ਹੁੰਦੀ ਹੈ, ਇਹ ਬਿਰਤੀ ਪੈਦਾ ਹੁੰਦੀ ਹੈ ਵੀ ਇਹਨਾਂ ਚੀਜ਼ਾਂ ਨੂੰ ਮੈਂ ਆਪਣੇ ਬਣਾ ਲਵਾਂ, ਕਹਿੰਦੇ ਭਾਈ ਤੇਰੇ ਅੰਦਰ ਲੋਭ ਹੈ। ਪੰਜਵੇਂ ਪਾਤਸ਼ਾਹ ਧੰਨ ਸ਼੍ਰੀ ਗੁਰੂ ਅਰਜਨ ਪਾਤਸ਼ਾਹ ਜੀ ਦੇ ਜਦੋਂ ਬਾਣੀ ਨੂੰ ਪੜ੍ਹਦੇ ਹਾਂ, ਸ਼ਲੋਕ ਸੰਸਕ੍ਰਿਤੀ ਨੂੰ, ਤੇ ਉਹਦੇ ਅੰਦਰ ਸਤਿਗੁਰੂ ਪਾਤਸ਼ਾਹ ਜੀ ਦਾ ਇੱਕ ਬਚਨ ਹੀ ਹੁੰਦਾ ਬੜਾ ਪਿਆਰਾ, ਤੇ ਉਹਦੇ ਅੰਦਰ ਵੀ ਸਤਿਗੁਰੂ ਪਾਤਸ਼ਾਹ ਜੀ ਨੇ ਕਿਰਪਾ ਕੀਤੀ। ਵੀ ਸਤਿਗੁਰੂ ਪਾਤਸ਼ਾਹ ਜੀ ਆਖਦੇ ਵੀ ਹੇ ਲੋਭ, ਵੀ ਤੇਰਾ ਇੰਨਾ ਪ੍ਰਭਾਵ, ਵੀ ਜਿਹੜਾ ਬੰਦਾ ਇਹਦੇ ਪ੍ਰਭਾਵ ਕਿੰਨਾ ਇਸ ਲੋਭ ਦਾ, ਵੀ ਦੁਨੀਆ ਦੇ ਅੰਦਰ ਭਾਵੇਂ ਕੋਈ ਸਿਰਮੌਰ ਬੰਦਾ, ਵੀ ਜਿਹੜਾ ਮੁਖੀ ਬੰਦਾ ਮੰਨਿਆ ਜਾਂਦਾ ਹੋਵੇ, ਪ੍ਰਧਾਨ ਮੰਨਿਆ ਜਾਂਦਾ ਹੋਵੇ, ਸ਼੍ਰੋਮਣੀ ਹੋਵੇ, ਮੰਨਿਆ ਜਾਵੇ, ਕਹਿੰਦੇ ਵੀ ਹੇ ਲੋਭ, ਵੀ ਉਹ ਵੀ ਤੇਰੇ ਚੁੰਗਲ ਦੇ ਅੰਦਰ, ਉਹ ਵੀ ਤੇਰੇ ਜੰਜਾਲ ਦੇ ਅੰਦਰ ਫਸਿਆ ਹੋਇਆ, ਉਹ ਵੀ ਤੇਰੇ ਜਾਲ ਦੇ ਅੰਦਰ। ਹੇ ਲੋਭਾ ਲੰਪੜ ਸੰਗ ਸਿਰਮੌਰਾ, ਅਨਕ ਲਹਿਰੀ ਕਲੋਲਤੇ। ਵੀ ਹੇ ਲੋਭ, ਲੰਪਟ ਸੰਗ ਸਿਰਮੌਰਾ, ਸਿਰਮੌਰਾ ਦਾ ਅਰਥ ਵੀ ਸਭ ਤੋਂ ਸ਼੍ਰੋਮਣੀ, ਸਭ ਤੋਂ ਉੱਚਾ। ਸਿਰਮੌਰ ਭਾਵ ਸਿਰ ਕੜਵਾ, ਵੀ ਜਿਹਨੂੰ ਬੰਦਾ ਆਖਦਾ ਹੋਵੇ ਵੀ ਇਹ ਸਿਰ ਕੜਵਾ ਬੰਦਾ ਹੈ, ਵੀ ਇਹਨੂੰ ਕਿਸੇ ਚੀਜ਼ ਦੀ ਘਾਟ ਨਹੀਂ ਹੈ, ਕਿਸੇ ਚੀਜ਼ ਦੀ ਕਮੀ ਨਹੀਂ। ਵੀ ਕਹਿੰਦੇ ਵੀ ਜੇਕਰ ਹੇ ਲੋਭ, ਵੀ ਤੂੰ ਆਪਣਾ ਪ੍ਰਭਾਵ ਪਾਉਣ ਤੇ ਆ ਜਾਵੇ, ਜੇਕਰ ਤੇਰਾ ਪ੍ਰਭਾਵ ਪੈ ਜਾਵੇ, ਫਿਰ ਦੁਨੀਆ ਦੇ ਅੰਦਰ, ਧਰਮ ਦੀ ਦੁਨੀਆ ਹੋਵੇ ਭਾਵੇਂ ਆਮ ਦੁਨੀਆ ਹੋਵੇ, ਵੀ ਉਹਦੇ ਅੰਦਰ ਭਾਵੇਂ ਕੋਈ ਮੁਖੀ ਬੰਦਾ ਹੋਵੇ, ਜਿੰਨਾ ਵੀ ਮਰਜ਼ਾ ਉੱਚਾ ਹੋਵੇ, ਬੰਦਾ ਮੰਨਦਾ ਹੋਵੇ ਵੀ ਹਾਂ ਵੀ ਮੇਰੇ ਤੇ ਕਿਸੇ ਵਿਕਾਰ ਦਾ ਪ੍ਰਭਾਵ ਨਹੀਂ, ਕਹਿੰਦੇ ਜਦੋਂ ਇਹ ਪ੍ਰਭਾਵ ਪਾਣ ਤੇ ਆ ਜਾਵੇ, ਅਨਕ ਲਹਿਰੀ ਕਲੋਲਤੇ, ਫਿਰ ਉਹ ਬੰਦਾ ਇੰਨੀ ਸੰਗਤ ਦੇ ਵਿੱਚ ਇਹਦੀ ਲੋਭੀ ਹੋ ਜਾਂਦਾ ਵੀ ਉਹ ਫਿਰ ਇਹਦੇ ਅੰਦਰ ਕਲੋਲਾ ਕਰਦਾ, ਕਲੋਲਾ। ਤੇ ਕੇਵਲ ਲੋਭ ਪੈਸੇ ਦਾ ਨਹੀਂ, ਪੈਸਾ ਧਨ ਇਕੱਠਾ ਕਰਨ ਦਾ ਕੋਈ ਲੋਭ ਨਹੀਂ ਹੈ। ਲੋਭ ਕਿਸੇ ਵੀ ਪ੍ਰਕਾਰ ਦਾ ਹੋ ਸਕਦਾ ਹੈ। ਇਸ ਹਿੰਦੁਸਤਾਨ ਦੇ ਜਦੋਂ ਇਤਿਹਾਸ ਨੂੰ ਪੜ੍ਹਦੇ ਆ, ਤੇ ਇਤਿਹਾਸ ਦੇ ਵਿੱਚ ਸਾਨੂੰ ਅਨੇਕਾਂ ਪ੍ਰਕਾਰ ਦੀਆਂ ਉਦਾਹਰਨਾਂ ਵੀ ਮਿਲ ਜਾਂਦੀਆਂ ਨੇ, ਅਨੇਕਾਂ ਪ੍ਰਕਾਰ ਦੀਆਂ, ਵੀ ਕੇਵਲ ਬੰਦੇ ਨੇ ਕੇਵਲ ਪੈਸੇ ਦਾ ਹੰਕਾਰ ਨਹੀਂ, ਪੈਸੇ ਦਾ ਲੋਭ ਨਹੀਂ ਬੰਦੇ ਦੇ ਮਨ ਦੇ ਅੰਦਰ। ਵੀ ਇੱਥੋਂ ਤੱਕ ਕਿ ਪੁਰਾਣੇ ਸਮਿਆਂ ਦੇ ਅੰਦਰ, ਪੁਰਾਤਨ ਸਮੇਂ ਦੇ ਅੰਦਰ, ਰਾਜਿਆਂ ਦੇ ਸਮੇਂ ਦੇ ਅੰਦਰ, ਜੇਕਰ ਕਿਸੇ ਦੀ ਪਤਨੀ ਨੂੰ, ਮਾਫ ਕਰਨਾ ਵੀ ਸ਼ਬਦ ਵਰਤ ਰਿਹਾ, ਵੀ ਕਿਸੇ ਦੀ ਪਤਨੀ ਨੂੰ ਸੁਹੱਪਣ ਦੇ ਦਿੱਤਾ, ਭਾਵ ਸੋਹਣਾ ਰੂਪ ਦੇ ਦਿੱਤਾ, ਤੇ ਇਹਨਾਂ
ਰਾਜਿਆਂ ਨੇ ਉਹਨੂੰ ਆਪਣਾ ਬਣਾਉਣ ਦੇ ਲਈ ਅਨੇਕਾਂ ਢੰਗ ਤਰੀਕੇ ਵੀ ਅਪਣਾਏ, ਫਿਰ ਬੰਦਿਆਂ ਨੂੰ ਮਰਵਾ ਵੀ ਦਿੱਤਾ। ਅਨੇਕਾਂ ਪ੍ਰਕਾਰ ਦੇ ਢੰਗ ਤਰੀਕੇ ਵੀ, ਇਹ ਲੋਭੀ ਬਿਰਤੀ ਹੈ ਵੀ ਲੋਭ ਦੇ ਵਿੱਚ ਆ ਕੇ ਵੀ ਕਿਸੇ ਨੂੰ ਸੁਹੱਪਣ ਦੇ ਦਿੱਤਾ, ਭਾਵ ਜਾਂ ਤੇ ਉਹਨੂੰ ਜ਼ਬਰ ਜ਼ੁਲਮੀ ਚੁੱਕ ਲਿਆ, ਚੁੱਕ ਕੇ ਆਪਣਾ ਬਣਾ ਲਿਆ, ਭਾਵ ਅਯੋਗ ਤਰੀਕੇ ਦੇ ਨਾਲ, ਵੀ ਸਿੱਧੇ ਤਰੀਕੇ ਦੇ ਨਾਲ ਨਹੀਂ, ਅਯੋਗ ਢੰਗ ਦੇ ਨਾਲ ਵੀ ਜਾਂ ਕੀਤਾ ਵੀ, ਜਾਂ ਉਸ ਦਾ ਜਿਹੜਾ ਪਤੀ ਹੈ ਵੀ ਪਤੀ ਨੂੰ ਮਰਵਾ ਦਿੱਤਾ। ਅਨੇਕਾਂ ਉਦਾਹਰਨਾਂ ਮਿਲ ਜਾਂਦੀਆਂ ਨੇ ਪੁਰਾਣੇ ਸਮਿਆਂ ਦੇ ਅੰਦਰ। ਇਹ ਆਮ ਜਿਹੜੀਆਂ ਗੱਲਾਂ ਹੁੰਦੀਆਂ ਰਹੀਆਂ ਨੇ ਵੀ ਇਹਦੇ ਕਰਕੇ ਵੀ ਇੱਕ ਰਾਜੇ ਦੀਆਂ ਕਈ ਰਾਣੀਆਂ ਸਨ, ਕਈ ਰਾਣੀਆਂ, ਵੀ ਕੇਵਲ ਕਿਹਦੇ ਕਰਕੇ ਵੀ ਲੋਭੀ ਬਿਰਤੀ ਦੇ ਕਰਕੇ, ਲੋਭੀ ਦੇ ਕਰਕੇ, ਲੋਭ ਦੇ ਕਰਕੇ। ਤੇ ਇਹ ਜਿਹੜਾ ਲੋਭ ਦਾ ਇੰਨਾ ਪ੍ਰਭਾਵ ਹੈ ਵੀ ਭਾਵੇਂ ਦੁਨੀਆ ਦੇ ਅੰਦਰ ਕੋਈ ਸਿਰਮੌਰ ਬੰਦਾ ਵੀ ਆਖਿਆ ਜਾਂਦਾ ਹੋਵੇ ਵੀ ਇਹ ਸਿਰ ਕੜਵਾ ਬੰਦਾ ਵੀ ਸਿਰ ਸਭ ਤੋਂ ਉੱਚਾ ਆ, ਵੀ ਇਹਦੇ ਤੇ ਪ੍ਰਭਾਵ ਕਦੇ ਵੀ ਇਹ ਜਿਹੜੇ ਵਿਕਾਰ ਨੇ ਇਹ ਹਾਵੀ ਨਹੀਂ ਹੋ ਸਕਦੇ, ਪ੍ਰਭਾਵ ਨਹੀਂ ਪਾ ਸਕਦੇ। ਪਰ ਕਹਿੰਦੇ ਜੇਕਰ ਉਹ ਕਿਤੇ ਲੋਭ ਦੀ ਸੰਗਤ ਦੇ ਵਿੱਚ ਆ ਪਵੇ, ਲੋਭ ਦੇ ਵਿੱਚ ਆ ਫਸੇ, ਤੇ ਕਹਿੰਦੇ ਅਨੇਕ ਲਹਿਰੀ ਕਲੋਲ ਤੇ ਪਰ ਉਹ ਇਸ ਲੋਭ ਦੇ ਵਿੱਚ ਅਨੇਕਾਂ ਪ੍ਰਕਾਰ ਦੀਆਂ ਕਲੋਲਾਂ ਕਰਦਾ, ਭਾਵ ਅਨੇਕਾਂ ਢੰਗ ਤਰੀਕੇ ਅਪਣਾਉਂਦਾ ਹੈ। ਤੇ ਲੋਭ ਦਾ ਪ੍ਰਭਾਵ ਕਿੰਨਾ, ਤਾਵੰਤ ਜੀਆਂ ਬਹੁਤ ਪ੍ਰਕਾਰ ਅਨੇਕ ਭਾਂਤ ਬਹੁ ਡੋਲਤੇ। ਤੇ ਜਿਹੜਾ ਮਨੁੱਖ ਇਸ ਲੋਭ ਦੇ ਸੰਗਤ ਦੇ ਵਿੱਚ, ਇਹਦੇ ਪ੍ਰਭਾਵ ਦੇ ਵਿੱਚ ਆ ਗਿਆ, ਵੀ ਇਹਦੀ ਫਾਹੀ ਦੇ ਵਿੱਚ ਪੈ ਗਿਆ, ਤੇ ਫਿਰ ਉਹ ਅਨੇਕਾਂ ਪ੍ਰਕਾਰ ਅਨੇਕਾਂ ਤਰੀਕਿਆਂ ਦੇ ਨਾਲ ਉਹਦਾ ਜਿਹੜਾ ਮਨ ਹੈ ਉਹ ਡਗਮਗ ਕਰਦਾ ਰਹਿੰਦਾ, ਡੋਲਦਾ ਰਹਿੰਦਾ ਅਨੇਕਾਂ ਤਰੀਕਿਆਂ ਦੇ ਨਾਲ। ਪਰ ਉਹ ਹਰੇਕ ਚੀਜ਼ ਨੂੰ ਆਪਣੀ ਬਣਾਉਣਾ ਚਾਹੁੰਦਾ। ਉਹ ਦੁਨੀਆ ਦੇ ਅੰਦਰ ਕੋਈ ਵੀ ਚੀਜ਼ ਹੋਵੇ, ਵੀ ਇਤਿਹਾਸ ਪੜ੍ਹਦੇ ਆ ਨਾ, ਸਿਕੰਦਰ ਹੋਇਆ ਵੀ ਜਿਹੜਾ ਇਹ ਦਾਅਵਾ ਕਰਦਾ ਸੀ ਵੀ ਮੰਨਿਆ ਜਾਂਦਾ ਵੀ ਆਖਦਾ ਸੀ ਵੀ ਹਾਂ ਵੀ ਮੈਂ ਇਹ ਜਿੰਨੀ ਵੀ ਦੁਨੀਆ ਵੀ ਇਸ ਦੁਨੀਆ ਨੂੰ ਜਿੱਤ ਕੇ ਇੱਥੋਂ ਦਾ ਬਾਦਸ਼ਾਹ ਬਣਨਾ ਹੈ। ਪਰ ਉਹਦੇ ਲਈ ਭਾਵੇਂ ਜੋ ਮਰਜ਼ੀ ਢੰਗ ਤਰੀਕਾ ਅਪਣਾਉਣਾ ਪਿਆ, ਕਿਸੇ ਨੂੰ ਮਾਰਨਾ ਪਿਆ। ਹਿਟਲਰ ਹੋਇਆ, ਹਿਟਲਰ ਨੇ ਕਈਆਂ ਦੀਆਂ ਜਾਨਾਂ ਵੀ ਲਈਆਂ, ਕਈਆਂ ਨੂੰ ਮਾਰ ਦਿੱਤਾ, ਕਈਆਂ ਦੀਆਂ ਜਾਨਾਂ ਵੀ ਲਈਆਂ। ਕਿਹਦੇ ਕਰਕੇ? ਕੇਵਲ ਇਹ ਬਿਰਤੀ ਦੇ ਵਿੱਚ ਆ ਕੇ ਵੀ ਇਸ ਬਿਰਤੀ ਦੇ ਵਿੱਚ ਪੰਜਵੇਂ ਪਾਤਸ਼ਾਹ ਜੀ ਕਿਰਪਾ ਕਰਦੇ ਨੇ ਵੀ ਇਸ ਬਿਰਤੀ ਦੇ ਵਿੱਚ ਫਸਿਆ ਹੋਇਆ ਜਿਹੜਾ ਬੰਦਾ ਵੀ ਅਨੇਕਾਂ ਪ੍ਰਕਾਰ ਦੇ ਨਾਲ ਵੀ ਡੋਲਦਾ ਫਿਰਦਾ, ਡਗਮਗਾਉਂਦਾ ਰਹਿੰਦਾ ਅਨੇਕਾਂ ਤਰੀਕੇ ਦੇ ਨਾਲ। ਪਰ ਨਾ ਤੇ ਉਹਦਾ ਮਨ ਟਿਕਦਾ, ਨਾ ਮਨ ਸਥਿਰ ਹੁੰਦਾ। ਬਸ ਮਨ ਦੇ ਅੰਦਰ ਕੇਵਲ ਇਹ ਚੀਜ਼ਾਂ ਹੁੰਦੀ, ਇਹ ਵਿਚਾਰ ਚੱਲਦੀ ਰਹਿੰਦੀ ਹੈ ਵੀ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਵੀ ਜੋ ਦੂਸਰੇ ਦੇ ਕੋਲ ਚੀਜ਼ ਹੈ ਵੀ ਉਹਨੂੰ ਆਪਣੀ ਬਣਾ ਲਓ, ਵੀ ਉਹ ਕਿਤੇ ਮੇਰੀ ਬਣ ਜਾਵੇ। ਤੇ ਇਸ ਲੋਭ ਦੇ ਵਿੱਚ ਫਸਿਆ ਹੋਇਆ ਫਿਰ ਉਹ ਇੱਥੋਂ ਤੱਕ ਕਿ ਖੂਨ ਦੇ ਰਿਸ਼ਤੇ ਨੂੰ ਵੀ ਉਹਦੇ ਨਾਲ ਵੀ ਧੋਖਾ ਕਰਨ ਤੋਂ ਗੁਰੇਜ਼ ਨਹੀਂ ਕਰਦਾ। ਵੀ ਆਮ ਦੁਨੀਆ ਦੇ ਅੰਦਰ ਆਪਾਂ ਖਬਰਾਂ ਵੀ ਪੜ੍ਹਦੇ ਹਾਂ ਵੀ ਭਰਾ ਨੇ ਭਰਾ ਨੂੰ ਮਰਵਾ ਦਿੱਤਾ, ਪਤੀ ਨੇ ਪਤਨੀ ਨੂੰ ਮਰਵਾ ਦਿੱਤਾ, ਪਤਨੀ ਨੇ ਪਤੀ ਨੂੰ ਮਰਵਾ ਦਿੱਤਾ, ਪੁੱਤਰਾਂ ਨੇ ਆਪਣੇ ਮਾਪਿਓ ਨੂੰ ਮਾਰ ਦਿੱਤਾ। ਕਿਹਦੇ ਕਰਕੇ? ਕੇਵਲ ਧਨ ਸੰਪਤੀ ਦੇ ਕਰਕੇ। ਅਨੇਕਾਂ ਜਿਹੜੀਆਂ ਆਪਾਂ ਹਰ ਰੋਜ਼ ਦੀਆਂ ਅਖਬਾਰਾਂ ਦੇ ਵਿੱਚ, ਨਿਊਜ਼ ਦੇ ਵਿੱਚ ਅਨੇਕਾਂ ਖਬਰਾਂ ਪੜ੍ਹਦੇ ਹਾਂ। ਤੇ ਪੰਜਵੇਂ ਪਾਤਸ਼ਾਹ ਜੀ ਨੇ ਅੱਜ ਤੋਂ 400 ਸਾਲ 500 ਸਾਲ ਪਹਿਲਾਂ ਇਹ ਗੱਲ ਸਾਡੇ ਸਾਹਮਣੇ ਰੱਖ ਦਿੱਤੀ ਵੀ ਭਾਈ ਇਸ ਲੋਭੀ ਬਿਰਤੀ ਦੇ ਵਿੱਚ ਫਸਿਆ ਹੋਇਆ ਜਿਹੜਾ ਮਨੁੱਖ ਹੈ ਵੀ ਉਹ ਨਾ ਤੇ ਆਪਣੇ ਮਿੱਤਰ ਦੀ, ਇੱਥੋਂ ਤੱਕ ਕਿ ਜਿਸ ਇਸ਼ਟ ਨੂੰ ਮੰਨਦਾ ਵੀ ਉਹ ਇਸ਼ਟ ਨੂੰ ਵੀ ਕਈ ਵਾਰੀ ਵੇਚਣ ਲਈ ਤਿਆਰ ਹੋ ਜਾਂਦਾ ਹੈ, ਵੀ ਉਹਨੂੰ ਵੀ ਧੋਖਾ ਦੇਣ ਲਈ ਤਿਆਰ ਹੋ ਜਾਂਦਾ, ਵੀ ਉਹਨੂੰ ਵੀ ਧੋਖਾ ਦੇ ਦਿੰਦਾ ਹੈ। ਨੱਚ ਮਿੱਤਰੰ, ਵੀ ਮੰਨਿਆ ਪਰਮੰਨਿਆ ਜਾਂਦਾ ਹੋਵੇ ਵੀ ਇਹ ਮੇਰਾ ਮਿੱਤਰ ਹੈ, ਮੂੰਹ ਬੋਲਿਆ ਮਿੱਤਰ। ਵੀ ਅੱਜ ਤੇ ਜੇਕਰ ਮਿੱਤਰਤਾ ਦੀ ਗੱਲ ਕਰੀਏ ਵੀ ਅੱਜ ਮਿੱਤਰਤਾ ਕੇਵਲ ਲੋੜ ਦੇ ਲਈ ਹੈ, ਵੀ ਕਿਸੇ ਦੇ ਕੋਲੋਂ ਕੋਈ ਲਾਭ ਹੁੰਦਾ ਹੋਵੇ, ਕਿਸੇ ਕੋਲੋਂ ਲਾਹਾ ਲੈਂਦਾ ਹੋਵੇ, ਵੀ ਉਦੋਂ ਤੱਕ ਮਿੱਤਰਤਾ ਕੇਵਲ ਉੱਥੇ ਟਿਕੀ ਹੋਈ ਹੈ। ਨੱਚ ਮਿੱਤਰਾਂ ਕਹਿੰਦੇ ਵੀ ਇਸ ਲੋਭੀ ਬਿਰਤੀ ਦੇ ਵਿੱਚ ਫਸਿਆ ਹੋਇਆ ਜਿਹੜਾ ਮਿੱਤਰ ਹੈ ਵੀ ਉਹ ਆਪਣੇ ਮਿੱਤਰ ਨੂੰ ਵੀ ਧੋਖਾ ਦੇਣ ਤੋਂ ਗੁਰੇਜ਼ ਨਹੀਂ ਕਰਦਾ, ਮਿੱਤਰ ਨੂੰ ਵੀ। ਨੱਚ ਇਸ਼ਟੰਗ, ਇਸ਼ਟੰਗ ਦਾ ਅਰਥ ਭਾਵ ਗੁਰੂ, ਵੀ ਜਿਹਨੂੰ ਮੰਨਣ ਵਾਲਾ, ਜੋ ਕਿਸੇ ਨੂੰ ਵੀ ਮੰਨਦਾ, ਜਿਸ ਨੂੰ ਵੀ ਮੰਨਦਾ ਹੈ। ਵੀ ਕਹਿੰਦੇ ਕਈ ਵਾਰੀ ਤੇ ਇਸ ਲੋਭੀ ਬਿਰਤੀ ਦੇ ਵਿੱਚ ਫਸਿਆ ਹੋਇਆ ਜਿਹੜਾ ਬੰਦਾ ਹੈ ਵੀ ਆਪਣੇ ਗੁਰੂ ਨੂੰ, ਆਪਣੇ ਇਸ਼ਟ ਨੂੰ, ਆਪਣੇ ਪੀਰ ਨੂੰ, ਆਪਣੇ ਪੈਗੰਬਰ ਨੂੰ, ਜਿਹਨੂੰ ਉਹ ਮੰਨਣ ਵਾਲਾ ਹੈ ਵੀ ਉਹਨੂੰ ਵੀ ਧੋਖਾ ਦੇ ਦਿੰਦਾ ਹੈ। ਵੀ ਇਸ ਲੋਭ ਬਿਰਤੀ ਦੇ ਵਿੱਚ ਫਸਿਆ ਹੋਇਆ, ਲੋਭੀ ਬਿਰਤੀ ਦੇ ਵਿੱਚ। ਨੱਚ ਮਿੱਤਰੰਗ, ਨੱਚ ਇਸ਼ਟੰਗ, ਨੱਚ ਬਾਂਧਵ, ਬਾਂਧਵ ਸਾਖ ਸੰਬੰਧੀ ਰਿਸ਼ਤੇ ਦਾ, ਵੀ ਆਪਣੇ ਮਿੱਤਰਤਾ ਦੇ ਅੰਦਰ ਆ ਕੇ ਵੀ ਇਸ ਲੋਭ ਦੇ ਵਿੱਚ ਫਸ ਕੇ ਵੀ ਆਪਣੇ ਰਿਸ਼ਤੇਦਾਰਾਂ, ਸਾਖ ਸੰਬੰਧੀਆਂ ਨੂੰ ਵੀ ਧੋਖਾ ਦਿੰਦਾ। ਮਾਤ ਪਿਤਾ ਤਬ ਲੱਜਿਆ, ਵੀ ਇੱਥੋਂ ਤੱਕ ਕਿ ਜਿਸ ਮਾਤਾ ਨੇ ਆਪਣੀ ਕੁੱਖ ਦੇ ਵਿੱਚ 9 ਮਹੀਨੇ ਅਨੇਕਾਂ ਪ੍ਰਕਾਰ ਦੇ ਦੁੱਖ ਦੇ ਕੇ, ਦੁੱਖ ਲੈ ਕੇ ਵੀ ਉਸਨੂੰ ਪੈਦਾ ਕੀਤਾ, ਜਨਮ ਦਿੱਤਾ,
ਤੇ ਜਿਸ ਪਿਤਾ ਨੇ ਆਪਣੀ ਉਮਰ ਦੇ ਵਿੱਚ ਅਨੇਕਾਂ ਦਿਨ ਰਾਤ ਮਿਹਨਤ ਕਰਕੇ ਉਸ ਨੂੰ ਪਾਲਿਆ, ਵੀ ਬੰਦਾ 1 ਮਿੰਟ ਲਾਉਂਦਾ ਵੀ ਉਹਦੀ ਵੀ ਇੱਜ਼ਤ ਦੂਰ ਕਰਨ ਦੀ, ਬੇਇੱਜ਼ਤੀ ਕਰਨ ਦੀ, ਵੀ ਉਹਨੂੰ ਵੀ ਧੋਖਾ ਦੇਣ ਤੇ, ਵੀ ਆਖਦਾ ਵੀ ਭਾਈ ਤੁਸੀਂ ਮੇਰੇ ਲਈ ਕੀਤਾ ਤੇ ਕੀਤਾ ਕੀ। ਕਿ ਇਹਦੇ ਕਰਕੇ ਹੀ ਆਪਾਂ 5ਵੇਂ ਪਾਤਸ਼ਾਹ ਦਾ ਇੱਕ 4ਥੇ ਪਾਤਸ਼ਾਹ ਦਾ ਬਚਨ ਪੜ੍ਹਦੇ ਹਾਂ ਨਾ, ਵੀ ਸਤਿਗੁਰਾਂ ਦੇ 3 ਪੁੱਤਰ ਸਨ, ਬਾਬਾ ਪ੍ਰਿਥੀ ਚੰਦ 4ਥੇ ਪਾਤਸ਼ਾਹ ਦੇ, ਮਹਾਦੇਵ ਤੇ ਗੁਰੂ ਅਰਜਨ ਪਾਤਸ਼ਾਹ ਜੀ। ਤੇ ਜਦੋਂ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਗੁਰੂ ਅਰਜਨ ਦੇਵ ਜੀ ਨੂੰ ਗੱਦੀ ਦਿੱਤੀ, ਤੇ ਇਹ ਆਖਣ ਲੱਗਾ ਵੀ ਵੱਡਾ ਜਿਹੜਾ ਪੁੱਤਰ ਹੈ ਬਾਬਾ ਪ੍ਰਿਥੀ ਚੰਦ, ਵੀ ਝਗੜਾ ਕਰਨ ਲੱਗਾ, ਵੀ ਝਗੜਾ ਵੀ ਮੈਂ ਤੇ ਪੁੱਤਰ ਤੇ ਸਭ ਤੋਂ ਵੱਡਾ, ਮੈਂ ਵੀ ਅਨੇਕਾਂ ਪ੍ਰਕਾਰ ਦੇ ਵਿਰੋਧ ਵੀ ਕੀਤੇ, ਅਨੇਕਾਂ ਪ੍ਰਕਾਰ ਦੇ ਮਾਰਨ ਦੇ ਢੰਗ ਤਰੀਕੇ ਵੀ ਅਪਣਾਏ, ਅਨੇਕਾਂ ਪ੍ਰਕਾਰ ਦੇ, ਇਤਿਹਾਸ ਗਵਾਹ ਇਸ ਦਾ। ਤੇ ਸਤਿਗੁਰਾਂ ਨੇ ਇਸ ਬਾਣੀ ਦੇ ਅੰਦਰ ਵੀ ਦਰਜ ਕਰ ਦਿੱਤਾ, ਵੀ ਆਖਣ ਲੱਗੇ ਵੀ ਕਾਹੇ ਪੂਤ ਝਗੜਤ ਹੋ ਸੰਗ ਬਾਪ, ਜਿਨ ਕੇ ਜਨੇ ਵਡੇਰੇ ਤੁਮ ਹੋ ਤਿਸੋ ਝਗੜਤ ਪਾਪ। ਕਹਿੰਦੇ ਭਾਈ ਇਹ ਪੁੱਤਰ, ਵੀ ਤੂੰ ਆਪਣੇ ਪਿਓ ਦੇ ਨਾਲ ਕਿਉਂ ਲੜਦਾ, ਵੀ ਤੇਰੇ ਪਿਓ ਨੇ, ਤੇਰੇ ਮਾਤਾ ਨੇ ਵੀ ਤੈਨੂੰ ਜਨਮ ਦਿੱਤਾ, ਤੇਰੇ ਪਿਤਾ ਨੇ ਜਦੋਂ ਤੱਕ ਤੂੰ ਵੱਡਾ ਹੋਇਆ, ਵੀ ਜਦੋਂ ਤੱਕ ਤੂੰ ਆਪਣੇ ਪੈਰਾਂ ਤੇ ਨਾ ਖਲੋਤਾ, ਵੀ ਉਦੋਂ ਤੱਕ ਤੇਰਾ ਪਾਲਣ ਪੋਸ਼ਣ ਕੀਤਾ, ਜਿਸ ਮੰਗ ਦੀ ਲੋੜ ਪਈ ਤੇਰੀ ਮੰਗ ਪੂਰੀ ਕੀਤੀ। ਤੇ ਪਿਆਰ ਵਾਲਿਓ, ਵੀ ਅੱਜ ਕੋਈ ਵੀ ਬੱਚਾ ਕਿਸੇ ਵੀ ਮੰਗ ਮੰਗਦਾ ਨਾ ਸਾਡੇ ਤੋਂ, ਤੇ ਮਾਤਾ ਪਿਤਾ ਭਾਵੇਂ ਔਖੇ ਹੋ ਕੇ ਕਿਸੇ ਤੋਂ ਮੰਗ ਕੇ ਉਹਦੀ ਮੰਗ ਪੂਰੀ ਕਰਨ, ਮੰਗ ਜ਼ਰੂਰ ਪੂਰੀ ਕਰ ਦੇਣਗੇ। ਵੀ ਇਹ ਮੇਰਾ ਪੁੱਤਰ ਹੈ, ਵੀ ਮੇਰੇ ਪੁੱਤਰ ਨੇ ਮੰਨਿਆ। ਇਹ ਨਾ ਹੋਵੇ ਵੀ ਜਿਹੋ ਜਿਹਾ ਦੁੱਖ ਅਸੀਂ ਚੱਲਿਆ, ਵੀ ਜਿਹੋ ਜਿਹੀ ਜ਼ਿੰਦਗੀ ਦੇ ਵਿੱਚੋਂ ਅਸੀਂ ਲੰਘਦੇ ਪਏ, ਇਹਨੂੰ ਦੁੱਖ ਨਾ ਚੱਲਣਾ ਪਵੇ, ਇਹਦੀ ਜ਼ਿੰਦਗੀ ਦੇ ਵਿੱਚ ਸੁੱਖ ਹੋਵੇ। ਤੇ ਇਹ ਗੱਲ ਦੀ ਸੱਚਾਈ ਹੈ ਵੀ ਜਦੋਂ ਤੱਕ ਬੱਚਾ ਮਾਤਾ ਪਿਤਾ ਦੀ ਗੋਦ ਦੇ ਵਿੱਚ ਰਹਿੰਦਾ, ਵੀ ਓਨੇ ਸਮੇਂ ਤੱਕ ਬੱਚਾ ਸੁਖੀ ਹੁੰਦਾ, ਕਿਸੇ ਪ੍ਰਕਾਰ ਦਾ ਕੋਈ ਦੁੱਖ ਨਹੀਂ ਹੁੰਦਾ। ਤੇ ਜਦੋਂ ਉਹ ਗੋਦ ਤੋਂ ਬਾਹਰ ਚਲਾ ਜਾਂਦਾ ਤੇ ਫਿਰ ਦੁਖੀ ਵੀ ਬੜਾ ਹੁੰਦਾ। ਤੇ ਮਾਤਾ ਪਿਤਾ ਨੂੰ ਭਾਵੇਂ ਕਿੰਨੇ ਵੀ ਢੰਗ ਤਰੀਕੇ ਅਪਣਾਣੇ ਪੈਣ, ਵੀ ਮਿਹਨਤ ਕਰਨੀ ਪਵੇ, ਇੱਥੋਂ ਤੱਕ ਕਈ ਵਾਰੀ ਆਪਾਂ ਵੇਖਦੇ ਹਾਂ ਵੀ ਪਿਤਾ ਕੋਈ ਆਮ ਚੌਂਕੀਦਾਰੀ ਵੀ ਕਰਦਾ ਹੋਵੇ, ਕਿਤੇ ਨੌਕਰੀ ਕਰਦਾ ਹੋਵੇ, ਵੀ ਪੁੱਤਰ ਕਿਸੇ ਚੀਜ਼ ਦੀ ਮੰਗ ਵੀ ਮੰਗੇ, ਭਾਵੇਂ ਉਹਨੂੰ ਵਿਆਜੀ ਲੈ ਕੇ ਪੈਸੇ ਦੇਣੇ ਪੈਣ, ਪਰ ਫਿਰ ਵੀ ਉਹਦੀ ਮੰਗ ਪੂਰੀ ਕਰਦਾ। ਤੇ 5ਵੇਂ ਪਾਤਸ਼ਾਹ ਦੀ ਕਿਰਪਾ ਕਰਦੇ, ਕਹਿੰਦੇ ਇਹ ਭਾਈ ਵੀ ਇਸ ਲੋਭ ਦੀ ਬਿਰਤੀ ਦੇ ਵਿੱਚ ਫਸਿਆ ਹੋਇਆ, ਵੀ ਅਯੋਗ ਤਰੀਕਾਂ ਨੂੰ ਪ੍ਰਾਪਤ ਕਰਨ ਦੇ ਲਈ, ਵੀ ਜੋ ਜਿਹੜੀ ਚੀਜ਼ ਤੈਨੂੰ ਮਿਲਦੇ ਜਾਣੀ ਹੈ, ਵੀ ਪਰ ਉਹਦੇ ਲਈ ਵੀ ਫਿਰ ਵੀ ਤੂੰ ਆਪਣੇ ਜਿਸ ਮਾਤਾ ਨੇ ਤੈਨੂੰ 9 ਮਹੀਨੇ ਆਪਣੀ ਕੁੱਖ ਦੇ ਵਿੱਚ ਰੱਖ ਕੇ ਅਨੇਕਾਂ ਪ੍ਰਕਾਰ ਦੇ ਦੁੱਖ ਸੇ, ਜਿਸ ਪਿਤਾ ਨੇ ਤੇਰਾ ਪਾਲਣ ਪੋਸ਼ਣ ਕੀਤਾ, ਵੀ ਉਹਨੂੰ ਤੂੰ ਧੋਖਾ ਦੇ ਦਿੱਤਾ, ਵੀ ਉਹਨੂੰ ਵੀ ਧੋਖਾ ਦੇਣ ਤੋਂ ਗੁਰੇਜ਼ ਨਹੀਂ ਕਰਦਾ, ਵੀ ਇਸ ਲੋਭ ਦੀ ਬਿਰਤੀ ਦੇ ਵਿੱਚ ਫਸਿਆ ਹੋਇਆ, ਇਸ ਹੰਕਾਰ ਦੀ ਬਿਰਤੀ ਦੇ ਵਿੱਚ ਫਸਿਆ ਹੋਇਆ। ਤੇ 5ਵੇਂ ਪਾਤਸ਼ਾਹ ਜੀ ਕਿਰਪਾ ਕਰਦੇ, ਅਕਰਨੰ ਕ੍ਰੋਧ ਅਖਾਦਿ ਅਖਾਦਿੰ, ਤੇ ਇਸ ਲੋਭ ਦੀ ਬਿਰਤੀ ਦੇ ਵਿੱਚ ਫਸਿਆ ਹੋਇਆ, ਅਕਰਨੰ ਨਾ ਕਰਨ ਵਾਲਾ ਕੰਮ, ਵੀ ਜਿਸ ਕੰਮ ਦੇ ਵਿੱਚ ਵੀ ਪਤਾ ਵੀ ਇਹ ਕੰਮ ਕਰਕੇ ਵੀ ਦੁਨੀਆਦਾਰੀ ਦੇ ਅੰਦਰ ਮੇਰੀ ਕੋਈ ਇੱਜ਼ਤ ਨਹੀਂ ਰਹਿਣੀ, ਦੁਨੀਆਦਾਰੀ ਦੇ ਅੰਦਰ ਮੇਰਾ ਕੋਈ ਸਤਿਕਾਰ ਨਹੀਂ ਰਹਿਣਾ, ਪਰ ਇਸ ਲੋਭੀ ਬਿਰਤੀ ਦੇ ਵਿੱਚ ਫਸਿਆ ਹੋਇਆ ਬੰਦਾ ਉਹ ਵੀ ਕੰਮ ਕਰੀ ਜਾਂਦਾ, ਵੀ ਜਿਹੜੇ ਕੰਮ ਨਹੀਂ ਵੀ ਕਰਨੇ ਚਾਹੀਦੇ, ਵੀ ਜਿਹਦੇ ਕਰਕੇ ਪਤਾ ਵੀ ਮੇਰੀ ਜ਼ਿੰਦਗੀ ਦੇ ਅੰਦਰ ਮੇਰੇ ਮਾਤਾ ਪਿਤਾ ਦੇ ਉੱਤੇ ਵੀ ਭੱਦਾ ਲੱਗ ਜਾਣਾ, ਇੱਕ ਦਾਗ ਲੱਗ ਜਾਣਾ, ਬੰਦਾ ਫਿਰ ਉਹ ਵੀ ਕੰਮ ਕਰੀ ਜਾਂਦਾ, ਇਸ ਲੋਭੀ ਬਿਰਤੀ ਦੇ ਵਿੱਚ ਫਸਿਆ ਹੋਇਆ। ਅਕਰਨੰ ਕ੍ਰੋਧ ਅਖਾਦਿੰ ਖਾਦਿੰ, ਅਖਾਦਿੰ ਨਾ ਖਾਣ ਵਾਲੀ ਚੀਜ਼, ਵੀ ਜੋ ਚੀਜ਼ ਦੀ ਸੇਵਨ ਨਾ ਕਰਨਾ ਹੋਵੇ, ਜੋ ਚੀਜ਼ ਖਾਣ ਯੋਗ ਨਾ ਹੋਵੇ, ਵੀ ਬੰਦਾ ਇਸ ਲੋਭੀ ਬਿਰਤੀ ਦੇ ਵਿੱਚ ਫਸਿਆ ਹੋਇਆ, ਵੀ ਫਿਰ ਉਹਨਾਂ ਚੀਜ਼ਾਂ ਦਾ ਵੀ ਸੇਵਨ ਕਰੀ ਜਾਂਦਾ, ਵੀ ਉਹ ਵੀ ਚੀਜ਼ਾਂ ਖਾਈ ਜਾਂਦਾ। ਅਕਰਨੰ ਕ੍ਰੋਧ ਅਖਾਦਿੰ ਖਾਦਿੰ ਸਮਝਿਆ ਸਾਜ ਸਮਝਿਆ, ਵੀ ਸਮਾਜ ਦੇ ਅੰਦਰ ਫਿਰ ਅਨੇਕਾਂ ਪ੍ਰਕਾਰ ਦੀ ਇਹੋ ਜਿਹੀ ਸਿਰਜਣਾ ਕਰ ਦਿੰਦਾ ਹੈ, ਵੀ ਜਿਹਦੇ ਕਰਕੇ ਵੀ ਮਾੜਾ ਪ੍ਰਭਾਵ ਪੈਂਦਾ ਹੋਵੇ, ਮਾੜਾ ਪ੍ਰਭਾਵ ਵੀ ਕੇਵਲ ਕਿਹਦੇ ਕਰਕੇ, ਵੀ ਕੇਵਲ ਇੱਕ ਲੋਭ ਦੇ ਅਸਰ ਦੇ ਥੱਲੇ, ਲੋਭ ਵਿਕਾਰ ਦੇ ਅਸਰ ਦੇ ਥੱਲੇ ਆ ਕੇ, ਵੀ ਆਪਾਂ ਛੋਟੇ ਹੁੰਦਿਆਂ ਵੀ ਆਮ ਸਾਰਿਆਂ ਨੇ ਪੜ੍ਹੀਆਂ ਹੋਣਗੀਆਂ ਪਿੰਡਾਂ ਦੇ ਵਿੱਚ, ਵੀ ਜਦੋਂ ਸਕੂਲ ਪੜ੍ਹਨਾ ਕਰਨਾ ਨਾ, ਵੀ ਸਾਡੇ ਇੱਕ ਸਾਖੀ ਆਣੀ ਕਰਨੀ, ਵੀ ਇੱਕ ਘਟਨਾ ਆਣੀ ਕਰਨੀ, ਵੀ ਇੱਕ ਕੁੱਤੇ ਦੀ, ਵੀ ਕੁੱਤਾ ਲਾਲਚੀ ਸੀ, ਵੀ ਉਹਨੇ ਇੱਕ ਮਾਸ ਦਾ ਟੁਕੜਾ ਚੁੱਕਿਆ ਇੱਕ ਦੁਕਾਨ ਤੋਂ, ਹਲਵਾਈ ਦੀ ਦੁਕਾਨ ਤੋਂ, ਵੀ ਉਹ ਚਲਾ ਗਿਆ ਤੇ ਰਸਤੇ ਦੇ ਵਿੱਚ ਹੁੰਦੀ ਸੀ ਨਦੀ, ਤੇ ਨਦੀ ਦੇ ਜਦੋਂ ਕਿਨਾਰੇ ਗਿਆ, ਵੀ ਨਦੀ ਦੇ ਪਾਣੀ ਦੇ ਵਿੱਚ ਜਦੋਂ ਝਾਕਣ ਲੱਗਾ, ਤੇ ਉਹਦੇ ਵਿੱਚ ਵੇਖਿਆ ਵੀ ਹਾਂ, ਵੀ ਉਹਦਾ ਪਰਛਾਵਾਂ ਵੇਖਿਆ, ਵੀ ਇੱਕ ਹੋਰ ਕੁੱਤਾ ਵੇਖਿਆ, ਵੀ ਉਹਦੇ ਵੀ ਮੂੰਹ ਦੇ ਵਿੱਚ ਮਾਸ ਦੀ ਟੁਕੜੀ, ਤੇ ਜਦੋਂ ਉਹਦੀ ਮਾਸ ਦੀ ਟੁਕੜੀ ਵੇਖੀ, ਵੀ ਹੁਣ ਮਨ ਦੇ ਅੰਦਰ ਲਾਲਚ ਪੈਦਾ ਹੋ ਗਿਆ, ਵੀ ਮੇਰੇ ਕੋਲ ਇੱਕ ਤੇ ਹੈ, ਵੀ ਜੇਕਰ ਕਿਤੇ ਇਹ ਵੀ ਮਿਲ ਜਾਵੇ ਤੇ ਮੇਰਾ ਰਾਜ ਹੋ ਜਾਵੇਗਾ।
ਪਰ ਹੋਇਆ ਕਿ ਬਾਅਦ ਦੇ ਵਿੱਚ ਜਾ ਕੇ ਅੰਤ ਕੀ ਨਿਕਲਿਆ ਵੀ ਅੰਤ ਦੇ ਵਿੱਚ ਵੀ ਜਿਹੜੇ ਉਹ ਹੈ ਤੇ ਆਪ ਹੀ ਸੀ, ਕੇਵਲ ਉਹਦਾ ਪਰਛਾਵਾਂ ਸੀ। ਤੇ ਜਦੋਂ ਵੇਖਿਆ ਵੀ ਹਾਂ ਵੀ ਪਾਣੀ ਦੇ ਵਿੱਚ ਵੇਖ ਕੇ ਭੌਂਕਣ ਲੱਗਾ, ਜਦੋਂ ਭੌਂਕਿਆ ਤੇ ਜਿਹੜੇ ਮੂੰਹ ਦੇ ਵਿੱਚ ਮਾਸ ਦਾ ਟੁਕੜਾ ਸੀ ਕਹਿੰਦੇ ਉਹ ਵੀ ਵਿੱਚ ਡਿੱਗ ਪਿਆ। ਭਾਵ ਲੰਤ ਦੇ ਵਿੱਚ ਸਿੱਖਿਆ ਕੀ ਮਿਲੀ? ਲਾਲਚ ਬੁਰੀ ਬਲਾ ਹੈ। ਅਸੀਂ ਪੜ੍ਹਦੇ ਹਾਂ ਵੀ ਛੋਟੇ ਹੁੰਦਿਆਂ ਤੋਂ ਪੜ੍ਹਦੇ ਹਾਂ, ਪਰ ਬੰਦੇ ਨੇ ਛੱਡ ਦਿੱਤਾ ਲਾਲਚ। ਬੰਦਾ ਅੱਜ ਵੀ ਲਾਲਚ ਕਰੀ ਜਾਂਦਾ, ਅੱਜ ਵੀ ਬੰਦਾ ਲੋਭੀ ਬਿਰਤੀ ਵਾਲਾ, ਅੱਜ ਵੀ ਅਨੇਕਾਂ ਇਹੋ ਜਿਹੇ ਕੰਮ ਕਰਦਾ, ਇਹੋ ਜਿਹੇ ਢੰਗ ਤਰੀਕੇ ਅਪਣਾਉਂਦਾ ਪਿਆ ਵੀ ਜਿਹਦੇ ਨਾਲ ਵੀ ਦੂਜੇ ਨੂੰ ਭਾਵੇਂ ਧੋਖਾ ਦੇਣਾ ਪਵੇ, ਦੂਜੇ ਨੂੰ ਧੜੀ ਕਰਨੀ ਪਵੇ, ਪਰ ਫਿਰ ਵੀ ਬੰਦਾ ਉਹ ਕੰਮ ਕਰਦਾ। ਇੱਥੋਂ ਤੱਕ ਕਿ ਵੀ ਬੰਦਾ ਲੋਭੀ ਬਿਰਤੀ ਦੇ ਵਿੱਚ ਆ ਕੇ ਵੀ ਆਪਣੇ ਖੂਨ ਦੇ ਰਿਸ਼ਤੇ ਨੂੰ ਨਹੀਂ ਬਖਸ਼ਦਾ, ਆਪਣੇ ਭਰਾ ਨੂੰ ਮਰਵਾ ਦਿੰਦਾ, ਆਪਣੇ ਭਰਾ ਦੇ ਨਾਲ ਲੜਾਈ ਕਰਦਾ, ਆਪਣੇ ਮਾਤਾ ਪਿਤਾ ਨੂੰ ਮਰਵਾ ਦਿੰਦਾ, ਪਤੀ ਪਤਨੀ ਨੂੰ ਮਰਵਾ ਦਿੰਦੀ ਹੈ, ਪਤੀ ਪਤਨੀ ਨੂੰ ਮਰਵਾ ਦਿੰਦਾ। ਭੈਣਾਂ ਭਰਾਵਾਂ ਦੇ ਉੱਤੇ ਜੋ ਕੇਸ ਦਰਜ ਹੋਏ ਪਏ ਨੇ, ਅੱਜ ਅਨੇਕਾਂ ਜਿਹੜੇ ਕੇਸ ਨੇ ਵੀ ਅਨੇਕਾਂ ਘਟਨਾਵਾਂ ਸਾਨੂੰ ਆਮ ਵੇਖਣ ਲਈ ਇਹ ਮਿਲ ਜਾਂਦੀਆਂ ਨੇ ਦੁਨੀਆਦਾਰੀ ਦੇ ਅੰਦਰ। ਇਹ ਸਾਡੇ ਆਮ ਰੂਟੀਨ ਦੇ ਵਿੱਚ ਵੀ ਉਦਾਹਰਨਾਂ ਨੇ। ਤੇ ਸਤਿਗੁਰੂ ਪਾਤਸ਼ਾਹ ਜੀ ਕਿਰਪਾ ਕਰਦੇ ਵੀ ਭਾਈ ਵੀ ਬੰਦਾ ਇਸ ਲੋਭ ਦੇ ਵਿੱਚ ਫਸਿਆ ਹੋਇਆ ਵੀ ਆਪਣੀ ਜਿਹੜੀ ਸਾਰੀ ਜਿਹੜੀ ਉਮਰ ਹੈ ਨਾ ਵੀ ਇਸ ਲੋਭੀ ਬਿਰਤੀ ਦੇ ਵਿੱਚ ਵੀ ਲੰਘਾ ਦਿੰਦਾ ਹੈ। ਤੇ ਇਤੋਂ ਤੱਕ ਕਿ ਫਿਰ ਬੰਦੇ ਦੇ ਮਨ ਦੇ ਅੰਦਰ ਇਹ ਲਾਲਸਾ ਹੁੰਦੀ ਹੈ ਵੀ ਦੂਸਰੇ ਦੀ ਜਿਹੜੀ ਚੀਜ਼ ਹੈ ਵੀ ਦੂਸਰੇ ਦੇ ਕੋਲ ਭਾਵੇਂ ਜੋ ਮਰਜ਼ੀ ਹੋਵੇ। ਕਈ ਵਾਰੀ ਬੰਦਾ ਕਿਸੇ ਦੀ ਚੀਜ਼ ਨੂੰ ਵੇਖ ਕੇ ਨਾ ਜਰਦਾ ਹੋਵੇ, ਬੰਦਾ ਆਖਦਾ ਵੀ ਭਾਈ ਇਹ ਲੋਭੀ ਬੜਾ ਹੈ, ਵੀ ਇਹ ਹੰਕਾਰੀ ਬੜਾ ਹੈ, ਵੀ ਇਹਦੇ ਤੇ ਮਨ ਦੇ ਅੰਦਰ ਇਹਨੂੰ ਕੁਝ ਪੈਸੇ ਮਿਲ ਗਏ, ਇਹਦੇ ਕੋਲ ਧਨ ਸੰਪਤੀ ਆ ਗਈ, ਹੰਕਾਰੀ ਹੋ ਗਿਆ, ਇਹ ਹੁਣ ਕਿਸੇ ਨਾਲ ਬੋਲਦਾ ਨਹੀਂ, ਵੀ ਇਹ ਵੱਡਾ ਬੰਦਾ ਬਣ ਗਿਆ। ਵੀ ਅਨੇਕਾਂ ਪ੍ਰਕਾਰ ਦੇ ਵੀ ਉਹਦੇ ਖਿਜਣ ਦੇ ਕਰਕੇ ਵੀ ਅਨੇਕਾਂ ਉਹਦੇ ਉੱਤੇ ਭੱਦੇ ਵੀ ਲਾ ਦਿੰਦਾ, ਅਨੇਕਾਂ ਪ੍ਰਕਾਰ ਦੇ ਵੀ ਇਹ ਲਾਲਚੀ ਹੈ, ਵੀ ਇਹ ਬੰਦਾ ਵੀ ਭਾਈ ਇਹ ਬੰਦਾ ਬੜਾ ਲਾਲਚੀ ਹੈ, ਵੀ ਇਹਦੇ ਕੋਲ ਨਾ ਜਾਇਆ ਕਰ, ਇਹ ਤੈਨੂੰ ਵੀ ਧੋਖਾ ਦੇ ਦੇਵੇਗਾ। ਭਾਵੇਂ ਅਗਲੇ ਨੇ ਮਿਹਨਤ ਕਰਕੇ ਅਪਣਾਇਆ ਹੋਵੇ, ਮਿਹਨਤ ਕਰਕੇ ਪ੍ਰਾਪਤ ਕੀਤਾ ਹੋਵੇ। ਪਰ ਭਗਤ ਫਰੀਦ ਸਾਹਿਬ ਜੀ ਦੀ ਬਾਣੀ ਇਹ ਗੱਲ ਆਖਦੀ ਹੈ ਵੀ ਭਾਈ ਵੀ ਦੂਜਿਆਂ ਦੀ ਚੀਜ਼ਾਂ ਨੂੰ ਵੇਖ ਕੇ ਤੂੰ ਆਪਣੇ ਮਨ ਦੇ ਅੰਦਰ ਸਾੜਾ ਨਾ ਕਰ, ਆਪਣੇ ਮਨ ਦੇ ਅੰਦਰ ਸੜਿਆ ਨਾ ਕਰ, ਵੀ ਇਹ ਬਿਰਤੀ ਨਾ ਲਿਆ ਵੀ ਮੈਂ ਕਿਸੇ ਵੀ ਢੰਗ ਤਰੀਕੇ ਦੇ ਨਾਲ ਵੀ ਇਹ ਦੂਜੇ ਦੀ ਚੀਜ਼ ਨੂੰ ਆਪਣਾ ਬਣਾ ਲਵਾਂ। ਇਹਨੂੰ ਲੋਭ ਆਖਦੇ ਨੇ। ਵੀ ਦੇਖ ਪਰਾਈ ਚੋਪੜੀ ਨਾ ਤਰਸਾਈ ਜਿਉ। ਇਹਦਾ ਅਰਥ ਇਹ ਹੈ ਵੀ ਭਾਈ ਦੂਸਰਾ ਜੇਕਰ ਵੀ ਰੋਟੀ ਖਾਂਦਾ ਪਿਆ, ਚੰਗੀ ਉਹਦੇ ਕੋਲ ਖਾਣ ਲਈ ਰੋਟੀ ਹੈ, ਵੀ ਤੈਨੂੰ ਵੀ ਘਰ ਦੇ ਅੰਦਰ ਖਾਣ ਦੇ ਲਈ ਭਾਵੇਂ ਰੁੱਖੀ ਸੁੱਖੀ ਹੈ ਤੇਰੇ ਕੋਲ, ਤੇ ਕਿਰਤ ਦੀ ਤੇ ਹੈ, ਆਪਣੀ ਮਿਹਨਤ ਦੀ ਤੇ ਹੈ। ਵੀ ਜੇਕਰ ਤੂੰ ਦੂਜਿਆਂ ਦੀ ਵੇਖ ਕੇ ਵੀ ਦੂਜਿਆਂ ਦੀ ਥਾਲੀ ਦੇ ਵਿੱਚ ਪਈ ਹੋਈ ਰੋਟੀ ਨੂੰ ਵੇਖ ਕੇ ਵੀ ਨਾਲ ਆਪਣੀ ਰੋਟੀ ਖਾਣਾ ਪਿਆ, ਦੂਸਰਿਆਂ ਨੂੰ ਵੇਖ ਕੇ ਵੀ ਤਰਸੀ ਜਾਂਦਾ ਹੈ ਕਿਤੇ, ਪਰ ਉਹ ਜਿਹੜੀ ਤੇਰੀ ਖਾਧੀ ਹੋਈ ਜਿਹੜੀ ਚੀਜ਼ ਵੀ ਕਿਸੇ ਕੰਮ ਦੀ ਨਹੀਂ, ਉਹਦਾ ਵੀ ਕੋਈ ਫਾਇਦਾ ਨਹੀਂ। ਵੀ ਅਨੇਕਾਂ ਇਤਿਹਾਸ ਦੇ ਵਿੱਚੋਂ ਇਹੋ ਜਿਹੀਆਂ ਘਟਨਾਵਾਂ ਮਿਲ ਜਾਂਦੀਆਂ ਨੇ ਵੀ ਸਤਿਗੁਰਾਂ ਨੇ ਜਿੱਥੇ ਜੰਗਾਂ ਯੁੱਧਾਂ ਦੇ ਵਿੱਚ ਤੇ ਇਸ ਸਮਾਜ ਦੇ ਅੰਦਰ ਰਹਿੰਦਿਆਂ ਹੋਇਆਂ ਸਾਨੂੰ ਉਪਦੇਸ਼ ਦਿੱਤਾ ਵੀ ਉਹਦੇ ਨਾਲ ਨਾਲ ਵੀ ਅਨੇਕਾਂ ਇਹੋ ਜਿਹੀਆਂ ਘਟਨਾਵਾਂ ਵੀ ਨੇ ਵੀ ਬੰਦੇ ਦੇ ਅੰਦਰ ਇਹ ਬਿਰਤੀ ਨੂੰ ਕਿਵੇਂ ਖਤਮ ਹੋਵੇ। ਇਹ ਬਿਰਤੀ ਵੀ ਜਿਹੜਾ ਦੂਸਰਿਆਂ ਦੀ ਚੀਜ਼ਾਂ ਨੂੰ ਵੇਖ ਕੇ ਆਖਦਾ ਵੀ ਭਾਈ ਵੀ ਇਹ ਚੀਜ਼ ਮੇਰੀ ਹੋ ਜਾਵੇ। 10ਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਕਹਿੰਦੇ ਭਾਦਰੋਂ ਦੇ ਇਤਿਹਾਸਕਾਰ ਲਿਖਦੇ ਭਾਦਰੋਂ ਦੇ ਦਿਨ ਨੇ। ਭਾਦਰੋਂ ਦੇ ਦਿਨਾਂ ਦੇ ਵਿੱਚ ਵੀ ਸਤਿਗੁਰ ਦੀ ਅੱਖ ਲੱਗੇ, ਕਿਉਂਕਿ ਗਰਮੀਆਂ ਦੇ ਦਿਨ ਹੁੰਦੇ ਨੇ, ਗਰਮੀਆਂ ਬੜੀਆਂ ਹੁੰਦੀਆਂ ਨੇ, ਤੇ ਅੱਖ ਲੱਗੇ ਵੀ ਭਾਈ ਆਪਣੇ ਸੇਵਾਦਾਰ ਨੂੰ ਆਖਿਆ ਵੀ ਇਦਾਂ ਕਰੋ ਵੀ ਆਨੰਦਪੁਰ ਦੀ ਧਰਤੀ ਤੇ ਰਹਿ ਰਹੇ ਨੇ, ਵੀ ਅੱਖ ਲੱਗੇ ਤੁਸੀਂ ਇਦਾਂ ਕਰੋ ਵੀ ਮੇਰੀ ਜਿਹੜਾ ਮੰਜਾ ਹੈ ਨਾ ਵੀ ਉਹ ਛੱਤ ਦੇ ਉੱਤੇ ਡਾ ਦਿਓ, ਛੱਤ ਦੇ ਉੱਤੇ, ਕਿਉਂਕਿ ਹਵਾਵਾਂ ਠੰਡੀਆਂ, ਕੋਲ ਹੀ ਸਤਲੁਜ ਦਰਿਆ ਵਗ ਰਿਹਾ ਸੀ, ਵੀ ਜਦੋਂ ਉਥੋਂ ਹਵਾ ਪੈਂਦੀ ਉਹ ਪਾਣੀ ਅੱਗੋਂ ਹੁੰਦਾ ਤੇ ਪਾਣੀ ਦੇ ਨਾਲ ਸ਼ੀਤ ਹਵਾਵਾਂ ਚੱਲਦੀਆਂ, ਠੰਡੀਆਂ ਹਵਾਵਾਂ। ਗਰਮੀਆਂ ਦੇ ਦਿਨਾਂ ਦੇ ਵਿੱਚ ਬੰਦਾ ਭਾਲਦਾ ਵੀ ਪੱਖੇ ਵੀ ਚਲਾ ਕੇ, ਇੱਥੋਂ ਤੱਕ ਵੀ ਅਸੀਂ ਏਸੀ ਵੀ ਘਰਾਂ ਦੇ ਵਿੱਚ ਲਾਏ ਹੋਏ ਨੇ, ਤੇ ਜੇਕਰ ਗਰਮੀ ਜ਼ਿਆਦਾ ਹੋਵੇ ਨਾ ਬੰਦਾ ਆਖਦਾ ਵੀ ਭਾਈ ਅੱਜ ਕੱਲ੍ਹ ਤੇ ਇਹ ਏਸੀ ਵੀ ਜਿਹੜੇ ਕੰਮ ਨਹੀਂ ਕਰਦੇ ਹੈਗੇ, ਵੀ ਇੱਥੇ ਵੀ ਬੈਠਿਆਂ ਗਰਮੀ ਲੱਗਦੀ ਹੈ ਸਾਨੂੰ। ਤੇ ਭਾਦਰੋਂ ਦੇ ਦਿਨ ਨੇ, ਸਤਿਗੁਰੂ ਪਾਤਸ਼ਾਹ ਜੀ ਬੈਠੇ ਹੋਏ ਨੇ ਵੀ ਆਪਣੇ ਸਿੱਖਾਂ ਨੂੰ ਇਹ ਗੱਲ ਆਖੀ, ਤੇ ਸਿੱਖਾਂ ਨੇ ਵੀ ਇੱਦਾਂ ਕਰਨਾ ਕੀਤਾ ਵੀ ਆਖਣ ਲੱਗੇ ਵੀ ਠੀਕ ਹੈ ਵੀ ਸਤਿਗੁਰੂ ਪਾਤਸ਼ਾਹ ਜੀ ਜੋ ਆਪ ਜੀ ਦਾ ਹੁਕਮ ਮੰਨਿਆ, ਵੀ ਉੱਤੇ ਮੰਜਾ ਲਾ ਦਿੱਤਾ। ਤੇ ਰਾਤ ਹੋਈ ਹੈ ਵੀ ਜਿਵੇਂ ਥੋੜੀ ਜਿਹੀ ਰਾਤ ਹੋਈ ਤੇ ਥੋੜੀ ਹੀ ਦੂਰੀ ਦੇ ਉੱਤੇ ਇੱਕ ਮਕਾਨ ਸੀ ਵੀ ਜਿਹਦਾ ਇਤਿਹਾਸਕਾਰ ਨੇ ਨਾਮ ਲਿਖਿਆ ਭਾਈ ਲੋਹਾਰਾ। ਵੀ ਸਤਿਗੁਰੂ ਪਾਤਸ਼ਾਹ ਜੀ ਬੈਠੇ ਹੋਏ ਨੇ, ਉੱਪਰ ਬੈਠੇ ਹੋਏ ਹਵਾ ਦਾ ਆਨੰਦ ਮਾਰੇ, ਕੁਦਰਤ ਦਾ ਆਨੰਦ ਮਾਰੇ ਨੇ, ਤੇ ਕੋਲ ਹੀ ਇੱਕ ਘਰ ਸੀ ਵੀ ਉਸ ਘਰ ਦੇ ਵਿੱਚੋਂ ਥੋੜੀ ਜਿਹੀ ਝਗੜੇ ਦੀ ਆਵਾਜ਼ ਆਈ, ਲੜਾਈ ਦੀ ਝਗੜੇ ਦੀ ਆਵਾਜ਼ ਆਈ।
ਤੇ ਸਤਿਗੁਰੂ ਪਾਤਸ਼ਾਹ ਜੀ ਬੈਠੇ ਹੋਏ ਸੁਣਦੇ ਪਏ ਨੇ ਉੱਥੇ। ਭਾਈ ਲੋਹਾਰਾ ਵੀ ਜਿਹੜਾ ਵੀ ਗੁਰੂ ਘਰ ਦਾ ਖਿਡਾਵਾ, ਤੇ ਉਹਦੇ ਘਰ ਵੀ ਇੱਕ ਆਇਆ ਸ਼ਾਹੂਕਾਰ ਵੀ ਜਿਹਦਾ ਇਤਿਹਾਸਕਾਰਾਂ ਨਾਮ ਲਿਖਿਆ ਵੀ ਭਾਈ ਮਾਲਾ ਜੀ। ਤੇ ਇਹ ਸ਼ਾਹੂਕਾਰ ਸੀ। ਹੁਣ ਸ਼ਾਹੂਕਾਰ ਦਾ ਕੰਮ ਕੀ ਵੀ ਪੈਸੇ ਲੈਣੇ ਤੇ ਵਿਆਜ ਦੇ ਅੱਗੇ ਦੇਣੇ। ਵੀ ਕਿਸੇ ਨੂੰ ਲੋੜ ਹੋਣੀ ਵੀ ਅੱਜ ਵੀ ਜੇਕਰ ਸ਼ਾਹੂਕਾਰ ਹੋਵੇ ਵੀ ਆਪਣਾ ਕਹਿੰਦਾ ਗੁਰ ਬਿਨਾ ਗਤ ਨਹੀਂ ਤੇ ਸ਼ਾਹ ਬਿਨਾ ਪਤ ਨਹੀਂ, ਵੀ ਸ਼ਾਹ ਤੋਂ ਬਿਨਾ ਪਤ ਨਹੀਂ ਹੈ। ਵੀ ਬੰਦਾ ਅੱਜ ਵੀ ਜੇਕਰ ਕਿਸਾਨ ਵੀਰਾਂ ਦੀ ਗੱਲ ਕਰੀਏ ਵੀ ਅਸੀਂ ਆਖਦੇ ਵੀ ਆੜਤੀ ਕਿਹਦੇ ਕਰਕੇ ਹੈ, ਸ਼ਾਹ ਕਿਹਦੇ ਕਰਕੇ ਹੈ। ਵੀ ਅੱਜ ਵੀ 2 4 5 ਹਜ਼ਾਰ ਦੀ ਬੰਦੇ ਨੂੰ ਲੋੜ ਪੈਂਦੀ ਹੈ, ਮਿੰਟ ਜਾ ਕੇ ਫੜ ਲੈਂਦੇ। ਇੱਕ ਓਲਾ ਤੇ ਓਲਾ ਹੀ ਹੁੰਦਾ, ਲੈਣ ਦੇਣ ਤੇ ਬਣਿਆ ਹੋਇਆ ਸੰਸਾਰ ਦੇ ਅੰਦਰ। ਵੀ ਹੋਇਆ ਕਿ ਵੀ ਇਹ ਭਾਈ ਮਾਲੇ ਦੇ ਉਹਦੇ ਕੋਲ ਗਿਆ ਭਾਈ ਲੋਹਾਰਾ ਕੁਝ ਦਿਨ ਪਹਿਲਾਂ, ਕੁਝ ਮਹੀਨੇ ਪਹਿਲਾਂ, ਤੇ ਜਾ ਕੇ ਆਖਣ ਲੱਗਾ ਵੀ ਭਾਈ ਮਾਲਾ ਜੀ ਨੂੰ ਆਖਣ ਲੱਗਾ ਵੀ ਆਪਾਂ ਗੁਰ ਭਾਈ ਆ, ਵੀ ਤੂੰ ਵੀ ਗੁਰੂ ਨੂੰ ਮੰਨਣ ਵਾਲਾ ਤੇ ਮੈਂ ਵੀ ਗੁਰੂ ਨੂੰ ਮੰਨਣ ਵਾਲਾ, ਵੀ ਤੂੰ ਵੀ ਗੁਰੂ ਦੇ ਦਰ ਤੇ ਜਾਣਾ, ਮੈਂ ਵੀ ਗੁਰੂ ਦੇ ਦਰ ਤੇ ਜਾਣਾ। ਵੀ ਭਾਈ ਮੈਨੂੰ ਕੁਝ ਕੁ ਜਿਹੜੇ ਪੈਸਿਆਂ ਦੀ ਲੋੜ ਹੈ, ਕੁਝ ਕੁ ਪੈਸਿਆਂ ਦੀ, ਵੀ ਇਹ ਮੈਨੂੰ ਪੈਸੇ ਦੇ ਦੇ, ਮੈਨੂੰ ਅੱਜ ਤੰਗੀ ਹੈ, ਵੀ ਜ਼ਰੂਰਤ ਹੈ। ਵੀ ਜਿਵੇਂ ਕੁਝ ਕੁ ਦਿਨ ਲੰਘਣਗੇ, ਵੀ ਜਿਵੇਂ ਮੇਰੇ ਕੋਲ ਪੈਸੇ ਆਉਣਗੇ ਵੀ ਮੈਂ ਆਪ ਜੀ ਨੂੰ ਪੈਸੇ ਦੇ ਦੇਵਾਂਗਾ, ਵਾਪਸ ਕਰ ਦੇਵਾਂਗਾ। ਤੇ ਇਹ ਆਖਣ ਲੱਗਾ ਵੀ ਠੀਕ ਹੈ। ਵੀ ਭਾਈ ਮਾਲਾ ਜੀ ਆਖਣ ਲੱਗੇ ਕੋਈ ਗੱਲ ਨਹੀਂ, ਵੀ ਤੂੰ ਗੁਰੂ ਘਰ ਦੇ ਸੇਵਾ ਕਰਦਾ, ਗੁਰੂ ਘਰ ਦੇ ਅੰਦਰ ਨੌਕਰੀ ਕਰਦਾ, ਖਿਡਾਵੇ ਨਹੀਂ। ਵੀ ਘਰ ਦੇ ਵਿੱਚ ਦੁੱਖ ਤਕਲੀਫ ਚੱਲਦੇ ਰਹਿੰਦੇ ਨੇ, ਲੋੜ ਤੇ ਪੈਂਦੀ ਰਹਿੰਦੀ ਹੈ ਕਿਸੇ ਨਾ ਕਿਸੇ ਚੀਜ਼ ਦੀ। ਵੀ ਆਖਣ ਲੱਗੇ ਵੀ ਚੱਲ ਏਦਾਂ ਕਰ ਵੀ ਕੇਵਲ ਤੈਨੂੰ ਤੇਰੀ ਜ਼ੁਬਾਨ ਦੇ ਉੱਤੇ ਇਹ ਪੈਸੇ ਦਿੱਤੇ, ਤੂੰ ਪੈਸੇ ਲੈ ਜਾ, ਪਰ ਇੱਕ ਗੱਲ ਦਾ ਧਿਆਨ ਜ਼ਰੂਰ ਰੱਖੀ, ਵੀ ਇੱਕ ਗੱਲ ਜ਼ਰੂਰ ਚੇਤੇ ਰੱਖੀ ਵੀ ਸਮਾਂ ਆਉਣ ਦੇ ਉੱਤੇ ਇਹ ਪੈਸੇ ਜ਼ਰੂਰ ਵਾਪਸ ਕਰ ਦੇ। ਵੀ ਜਿਸ ਮੂੰਹ ਦੇ ਨਾਲ ਤੂੰ ਅੱਜ ਲੈ ਕੇ ਚੱਲਾ, ਜਿਸ ਤਰੀਕੇ ਦੇ ਨਾਲ ਤੂੰ ਲੈ ਕੇ ਚੱਲਾ, ਵੀ ਇਸ ਤਰੀਕੇ ਦੇ ਨਾਲ ਇਹ ਪੈਸੇ ਵਾਪਸ ਵੀ ਕਰਨੇ ਨੇ। ਅੰਦਰ ਵੜ ਕੇ ਲੈ ਕੇ ਚੱਲਾ, ਅੰਦਰ ਵੜ ਕੇ ਪੈਸੇ ਦੇ ਕੇ ਜਾਈ। ਅੱਜ ਵੀ ਕੋਈ ਆਵੇ ਨਾ ਵੀ ਸਾਡੇ ਘਰ ਰਿਸ਼ਤੇਦਾਰ ਸਾਖ ਸੰਬੰਧੀ ਆਵੇ, ਵੀ ਜ਼ਰੂਰਤ ਹੋਵੇ, ਬੰਦਾ ਆਖਦਾ ਵੀ ਭਾਈ ਸਾਨੂੰ ਕਿਸੇ ਚੀਜ਼ ਦੀ ਲੋੜ ਨਹੀਂ, ਕੋਈ ਤੇਰੇ ਤੋਂ ਲਿਖਤੀ ਨਹੀਂ ਲੈ ਲਗੇ, ਕੋਈ ਕੁਝ ਤੇਰੇ ਤੋਂ ਸਮਾਨ ਨਹੀਂ ਲੈ ਲਗੇ, ਵੀ ਜਿਵੇਂ ਤੂੰ ਅੰਦਰ ਵੜ ਕੇ ਲੈ ਕੇ ਚੱਲਣਾ ਵੀ ਐਵੇਂ ਅੰਦਰ ਵੜ ਕੇ ਦੇ ਦੀ, ਵੀ ਤੇਰੀ ਵੀ ਇੱਜ਼ਤ ਬਣੀ ਰਹੇਗੀ, ਸਾਡੀ ਵੀ ਇੱਜ਼ਤ ਬਣੀ ਰਹੇਗੀ। ਤੇ ਇਤਿਹਾਸਕਾਰ ਵੀ ਕਵੀ ਜ਼ਿਕਰ ਕਰਦੇ ਨੇ, ਆਖਣ ਲੱਗੇ ਵੀ ਇਸ ਭਾਈ ਲੋਹਾਰੇ ਨੂੰ ਉਸ ਭਾਈ ਮਾਲਾ ਨੇ ਪੈਸੇ ਦਿੱਤੇ। ਵੀ ਸਮਾਂ ਲੰਘਦਾ ਗਿਆ, ਹੁਣ ਸਮੇਂ ਦੇ ਵਿੱਚ ਵੀ ਸਮੇਂ ਦਾ ਕੀ ਪਤਾ ਵੀ ਕਿਹੋ ਜਿਹਾ ਗੇੜ ਆ ਜਾਵੇ, ਸਮਾਂ ਖਾ ਜਾਵੇ। ਵੀ ਇਹ ਨਹੀਂ ਪਤਾ ਵੀ ਕੋਈ ਗਰੀਬ ਹੋਵੇ ਉਹ ਅਮੀਰ ਹੋ ਜਾਵੇ, ਵੀ ਜਿਹੜਾ ਅਮੀਰ ਹੈ ਵੀ ਉਹ ਵੀ ਗਰੀਬ ਹੋ ਜਾਵੇ। ਆ ਪਿੱਛੇ ਲੋਕਡਾਊਨ ਹੋਇਆ ਸੀ, ਵੇਖਿਆ ਵੀ ਦਿਨ ਦੇ ਵਿੱਚ 24 ਘੰਟੇ ਕੰਮ ਕਰਨ ਵਾਲੇ ਬੰਦੇ ਉਹ ਵੀ ਘਰਾਂ ਦੇ ਵਿੱਚ ਬੈਠ ਗਏ। ਵੀ ਜਿਹੜੇ ਹਰ ਰੋਜ਼ ਦੇ ਵੀ ਲੱਖਾਂ ਰੁਪਏ ਕਮਾਉਂਦੇ ਸਨ, ਉਹ ਇੱਕ ਵਾਰੀ ਤੇ ਇਹੋ ਜਿਹੇ ਤਲ ਤੇ ਆ ਗਏ ਵੀ ਕਈ ਵਾਰੀ ਤੇ ਉਸ ਬੰਦੇ ਦੇ ਘਰ ਵੀ ਵਰਤਣ ਲਈ 1 ਰੁਪਿਆ ਨਹੀਂ ਹੁੰਦਾ ਲੋੜ ਦੇ ਅਨੁਸਾਰ। ਵੀ ਕਹਿੰਦੇ ਸਮਾਂ ਲੰਘਦਾ ਗਿਆ, ਕੁਝ ਮਹੀਨੇ ਬਤੀਤ ਹੋਏ, ਵੀ ਅਨੇਕਾਂ ਵਾਰੀ ਵੀ ਇਸ ਭਾਈ ਮਾਲੇ ਨੇ ਆਖਿਆ ਵੀ ਭਾਈ ਲੋਹਾਰੇ ਨੂੰ ਵੀ ਭਾਈ ਸਮਾਂ ਲੰਘ ਗਿਆ, ਬਤੀਤ ਹੋਇਆ, ਵੀ ਕੁਝ ਕੁ ਮਹੀਨਿਆਂ ਦਾ ਤੂੰ ਵਾਅਦਾ ਕੀਤਾ ਸੀ, ਵੀ ਹੁਣ ਏਦਾਂ ਕਰ ਵੀ ਇਹ ਜਿਹੜੇ ਪੈਸੇ ਨੇ ਤੂੰ ਵਾਪਸ ਕਰਨਾ ਕਰ। ਤੇ ਬੜੇ ਸੁਨੇਹੀ ਵੀ ਭੇਜੇਗੀ, ਪਰ ਇਹ ਭਾਈ ਲੋਹਾਰਾ ਗੱਲ ਨਾ ਸੁਣੇ। ਤੇ ਜਦੋਂ ਕੁਝ ਦਿਨ ਲੰਘੇ ਤੇ ਇੱਕ ਦਿਨ ਇਹੋ ਜਿਹਾ ਹੋਇਆ ਵੀ ਇਹ ਭਾਈ ਮਾਲਾ ਚੱਲ ਕੇ ਭਾਈ ਲੋਹਾਰੇ ਦੇ ਘਰ ਆ ਗਿਆ। ਤੇ ਜਿਵੇਂ ਭਾਈ ਲੋਹਾਰੇ ਦੇ ਘਰ ਆਇਆ ਤੇ ਸਤਿਗੁਰੂ ਪਾਤਸ਼ਾਹ ਜੀ ਛੱਤ ਦੇ ਉੱਪਰ ਬੈਠੇ ਹੋਏ ਇਹ ਸਭ ਗੱਲਾਂ ਸੁਣਦੇ ਪਏ ਨੇ, ਸਾਰੀਆਂ ਗੱਲਾਂ। ਤੇ ਆਖਣ ਲੱਗਾ ਵੀ ਭਾਈ ਮਾਲਾ ਆਖਣ ਲੱਗਾ ਵੀ ਭਾਈ ਘਰ ਦੇ ਵਿੱਚ ਥੋੜੀ ਜਿਹੀ ਤੰਗੀ ਚੱਲਦੀ ਪਈ ਹੈ, ਪਰੇਸ਼ਾਨੀ ਹੈ, ਵੀ ਉਦੋਂ ਤੈਨੂੰ ਲੋੜ ਸੀ, ਵੀ ਅੱਜ ਮੈਨੂੰ ਲੋੜ ਆ। ਕਿਉਂਕਿ ਬੰਦਾ ਕਿਸੇ ਨੂੰ ਦੇਖ ਕੇ ਮਨ ਦੇ ਅੰਦਰ ਹੰਕਾਰ ਨਾ ਕਰੇ, ਕਿਉਂਕਿ ਇਹ ਨਹੀਂ ਪਤਾ ਵੀ ਅੱਜ ਜੇਕਰ ਆਪਾਂ ਕਿਸੇ ਨੂੰ ਚੀਜ਼ ਦਿੱਤੀ ਹੈ ਵੀ ਕੱਲ ਸਾਨੂੰ ਵੀ ਲੈਣ ਦੀ ਲੋੜ ਪੈ ਜਾਏ, ਸਾਨੂੰ ਵੀ ਜ਼ਰੂਰਤ ਪੈ ਜਾਵੇ। ਤੇ ਇਹ ਭਾਈ ਮਾਲੇ ਆਖਦਾ ਵੀ ਭਾਈ ਥੋੜਾ ਜਿਹਾ ਜਿਹੜਾ ਸਮਾਂ ਹੈ ਵੀ ਸਮੇਂ ਦੇ ਕਰਕੇ ਵੀ ਇਹ ਜਿਹੜੇ ਹਾਲਤ ਥੋੜੀ ਜਿਹੀ ਵਿਗੜ ਗਈ ਹੈ ਸਾਡਾ, ਤੇ ਚੰਗਾ ਹੁੰਦਾ ਵੀ ਤੂੰ ਜੇਕਰ ਮੇਰੇ ਪੈਸੇ ਵਾਪਸ ਕਰ ਦਿੰਦਾ ਜੋ ਮੈਂ ਤੈਨੂੰ ਦਿੱਤਾ ਆ। ਤੇ ਇਹ ਭਾਈ ਲੋਹਾਰਾ ਆਖਣ ਲੱਗਾ ਵੀ ਇਹਨੇ ਹੱਸਦਿਆਂ ਹੱਸਦਿਆਂ ਵੀ ਸ਼ਬਦ ਵਰਤੇ, ਵੀ ਆਖਣ ਲੱਗੇ ਵੀ ਭਾਈ ਤੂੰ ਅਮੀਰ ਬੰਦਾ, ਵੀ ਤੇਰੇ ਕੋਲ ਇੰਨੇ ਪੈਸੇ ਨੇ ਵੀ ਅੱਗ ਲਾਇਆ ਵੀ ਮੁੱਕਦੇ ਕੋਈ ਨਹੀਂ, ਵੀ ਸ਼ਾਹੂਕਾਰ ਬੰਦਾ ਵੀ ਇੰਨਾ ਕੁ ਤੇਰੇ ਕੋਲ ਤੂੰ ਵਿਆਜ ਵੀ ਲੈਣਾ, ਵੀ ਅਨੇਕਾਂ ਨੂੰ ਤੂੰ ਪੈਸੇ ਵੀ ਦਿੱਤੇ ਹੋਏ ਨੇ, ਵੀ ਤੇਰੇ ਕੋਲ ਦੇ ਪੈਸੇ ਮੁੱਕਦੇ ਨਹੀਂ, ਭਾਵੇਂ ਕੋਈ ਅੱਗ ਵੀ ਲਾ ਦੇਵੇ ਤਾਂ ਵੀ ਖਤਮ ਨਹੀਂ ਹੁੰਦੇ। ਤੇ ਪਰ ਇਹ ਭਾਈ ਮਾਲਾ ਆਖਣ ਲੱਗਾ ਵੀ ਭਾਈ ਇਹ ਗੱਲ ਤੇ ਚਲੋ ਠੀਕ ਹੈ, ਵੀ ਵੱਖਰੀ ਗੱਲ ਆ, ਵੀ ਮੇਰੇ ਕੋਲ ਜੋ ਕੁਝ ਵੀ ਹੈ ਵੀ ਠੀਕ ਹੈ, ਪਰ ਤੂੰ ਇੱਕ ਜ਼ੁਬਾਨ ਦੇ ਉੱਤੇ ਪੈਸੇ ਲੈ ਵੀ ਅੱਜ ਤੂੰ ਪੈਸੇ ਵਾਪਸ ਕਰ ਦੇ ਮੇਰੇ, ਤੂੰ ਵੈਸੇ ਵਾਪਸ ਦੇ। ਤੇ ਆਖਣ ਲੱਗਾ ਵੀ ਇਹ ਆਖਣ ਲੱਗਾ ਵੀ ਭਾਈ ਵੀ ਕੀ ਹੋਇਆ ਵੀ ਸਿੱਖ ਤੋਂ ਲੈ ਕੇ ਸਿੱਖ ਨੇ ਖਾ ਲਿਆ,
ਵੀ ਇਹ ਕੋਈ ਗੁਨਾਹ ਤੇ ਗੁਨੇ ਨਾ, ਵੀ ਤੂੰ ਮੈਨੂੰ ਦੇ ਦਿੱਤੇ ਮੈਂ ਤੈਨੂੰ ਦੇ ਦਿੱਤੇ, ਗੱਲ ਤੇ ਇੱਕ ਹੀ ਹੈ, ਵੀ ਆਪਣਾ ਕਿ ਆਪਣਾ ਗੁਰ ਭਾਈ ਤੇ ਗੁਰ ਭਾਈ। ਤੇ ਇਹ ਆਖਣ ਲੱਗਾ ਵੀ ਭਾਈ ਤੂੰ ਬੰਦਾ ਕਿਹੋ ਜਿਹਾ, ਤੇ ਸਤਿਗੁਰ ਪਾਤਸ਼ਾਹ ਜੀ ਬੈਠੇ ਹੋਏ ਸੁਣਦੇ ਪਏ ਸਨ। ਤੇ ਇਹ ਆਖਣ ਲੱਗਾ ਵੀ ਭਾਈ ਮਾਲਾ ਜੀ ਆਖਦੇ ਭਾਈ ਲੋਹਾਰਾ ਜੀ ਨੂੰ, ਭਾਈ ਤੂੰ ਅੱਜ ਨਾ ਦਵੇਂਗਾ ਲੇਖਾ ਤੇ ਦੇਣਾ ਹੀ ਪਵੇਗਾ ਤੈਨੂੰ। ਤੇ ਅੱਗੋਂ ਭਾਈ ਲੋਹਾਰਾ ਜੀ ਆਖਣ ਲੱਗੇ ਵੀ ਭਾਈ ਜਿਹਦੇ ਉੱਤੇ ਗੁਰੂ ਦਾ ਹੱਥ ਹੋਵੇ ਵੀ ਉਹਨੂੰ ਫਿਰ ਕਿੱਥੇ ਲੇਖਾ ਦੇਣਾ ਪਵੇਗਾ, ਵੀ ਜਿਹੜਾ ਗੁਰੂ ਘਰ ਦਾ ਹੀ ਹੋਵੇ ਵੀ ਉਹਨੂੰ ਕਿੱਥੇ ਲੇਖਾ ਦੇਣਾ ਪਵੇਗਾ। ਵੀ ਇਹ ਸੁਣਿਆ ਵੀ ਜਦੋਂ ਹੁਣ ਉੱਤੇ ਸਤਿਗੁਰੂ ਪਾਤਸ਼ਾਹ ਜੀ ਬੈਠੇ ਸੁਣ ਵੀ ਰਹੇ ਸਨ, ਵੀ ਸੁਣਨਾ ਕੀਤਾ ਤੇ ਸਤਿਗੁਰੂ ਪਾਤਸ਼ਾਹ ਜੀ ਉੱਤੋਂ ਆਵਾਜ਼ ਆਈ ਵੀ ਆਖਣ ਲੱਗੇ ਵੀ ਭਾਈ ਹੱਕ ਪਰਾਇਆ ਨਾਨਕਾ ਉਸ ਵਰੁਸ ਗਾਏ, ਗੁਰ ਪੀਰ ਹਮਾ ਤਾਂ ਪਰੇ ਜਾ ਮੁਰਦਾਰ ਨਾ ਕਰੇ। ਵੀ ਭਾਈ ਗੁਰੂ ਵੀ ਉਹਦੀ ਹਾਮੀ ਭਰਦਾ ਵੀ ਜਿਹੜੀ ਆਪਣੀ ਕਿਰਤ ਕਰਕੇ ਵੀ ਆਪਣੀ ਕਮਾਈ ਕਰਕੇ ਮਿਹਨਤ ਕਰਕੇ ਕਮਾਉਂਦਾ ਆ। ਹਾਂ ਵੀ ਦੂਸਰੇ ਦੀ ਚੀਜ਼ ਦੇ ਵੱਲ ਵੇਖ ਕੇ, ਵੀ ਦੂਸਰੇ ਨੂੰ ਜੇਕਰ ਚੀਜ਼ ਦੇ ਦਿੱਤੀ ਬੰਦਾ ਉਹਦੇ ਵੱਲ ਵੇਖ ਕੇ ਮਨ ਦੇ ਅੰਦਰ ਹੰਕਾਰ ਕਰੀ ਜਾਵੇ, ਲੋਭ ਹੋ ਜਾਵੇ ਵੀ ਭਾਈ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਇਹਨੂੰ ਮੈਂ ਪ੍ਰਾਪਤ ਕਰ ਲਵਾਂ, ਵੀ ਕਹਿੰਦੇ ਇਹ ਚੀਜ਼ ਗਲਤ ਹੈ। ਵੀ ਉੱਥੇ ਤੇ ਫਿਰ ਗੁਰੂ ਵੀ ਹਾਮੀ ਨਹੀਂ ਭਰਦਾ। ਤੇ ਜਦੋਂ ਸੁਣੀ ਆਵਾਜ਼ ਸਤਿਗੁਰਾਂ ਦੀ ਤੇ ਸਤਿਗੁਰੂ ਪਾਤਸ਼ਾਹ ਜੀ ਆਖਣ ਲੱਗੇ ਵੀ ਭਾਈ ਲੋਹਾਰਾ ਜੀ ਕੱਲ ਸਵੇਰੇ ਆਪਾਂ ਦੀਵਾਨ ਦੇ ਵਿੱਚ ਗੱਲ ਕਰਦੇ ਹਾਂ ਵੀ ਕੀ ਗੱਲ ਹੋਈ। ਤੇ ਇਹ ਡਰ ਗਿਆ, ਵੀ ਥੋੜਾ ਮਨ ਦੇ ਅੰਦਰ ਡਰ ਆਇਆ ਵੀ ਸਤਿਗੁਰੂ ਪਾਤਸ਼ਾਹ ਜੀ ਕਿੱਥੇ ਬੈਠੇ ਹੋਏ ਸੁਣਦੇ ਪਏ ਸਨ। ਤੇ ਭਾਈ ਮਾਲਾ ਨੂੰ ਆਖਣ ਲੱਗਾ ਵੀ ਇਦਾਂ ਕਰੀ ਵੀ ਪੈਸੇ ਤੇ ਮੇਰੇ ਕੋਲ ਹੈ ਨਹੀਂ, ਵੀ ਕੱਲ ਮੈਂ ਸਵੇਰੇ ਤੈਨੂੰ ਇਹ ਪੈਸੇ ਦੇ ਦੇਵਾਂਗਾ। ਭਾਵ ਇਹ ਵੀ ਕਈ ਵਾਰੀ ਬੰਦਾ ਦੂਸਰੇ ਦੇ ਕੋਲ ਚੀਜ਼ ਹੋਵੇ ਵੀ ਉਹਨੂੰ ਪ੍ਰਾਪਤ ਤੇ ਕਰ ਲੈਂਦਾ, ਪਰ ਜਦੋਂ ਦੇਣ ਦੀ ਵਾਰੀ ਆਉਂਦੀ ਹੈ ਉਦੋਂ ਅਨੇਕਾਂ ਪ੍ਰਕਾਰ ਦੇ ਝੂਠ ਵੀ ਬੋਲਦਾ, ਢੰਗ ਤਰੀਕੇ ਵੀ ਅਪਣਾਉਂਦਾ ਹੈ। ਭਾਵ ਦੇਣ ਤੋਂ ਮੁਨਕਰ ਹੋ ਜਾਂਦਾ ਵੀ ਮੈਂ ਚੀਜ਼ ਨਹੀਂ ਦੇਵਾਂਗਾ। ਤੇ ਇਹਨੂੰ ਹੀ ਗੁਰਬਾਣੀ ਆਖਦੀ ਹੈ ਵੀ ਭਾਈ ਇਹ ਲੋਭ ਦੀ ਬਿਰਤੀ ਹੈ। ਤੂੰ ਅਗਲੇ ਤੋਂ ਚੀਜ਼ ਪ੍ਰਾਪਤ ਕੀਤੀ, ਪਰ ਜੇਕਰ ਤੂੰ ਉਸ ਚੀਜ਼ ਨੂੰ ਵਾਪਸ ਨਾ ਕਰੇ ਤੇ ਤੇਰੇ ਅੰਦਰ ਇਹ ਲੋਭੀ ਬਿਰਤੀ ਹੈ। ਤੇ ਇਸ ਲੋਭ ਦੇ ਵਿੱਚ ਫਸਿਆ ਹੋਇਆ ਵੀ ਕਈ ਵਾਰੀ ਫਿਰ ਮਨੁੱਖ ਸਾਰੀ ਉਮਰ ਜਿਹੜੇ ਇਸ ਲੋਭ ਦੇ ਵਿੱਚ ਫਸਿਆ ਹੋਇਆ ਆਪਣੇ ਜੀਵਨ ਨੂੰ ਅਜਾਈ ਗਵਾ ਲੈਂਦਾ ਹੈ। ਤੇ ਇਹਦੇ ਕਰਕੇ ਭਗਤ ਕਬੀਰ ਸਾਹਿਬ ਦੀ ਬਾਣੀ ਦੇ ਅੰਦਰ ਇਹ ਬੋਲੇ ਹੁੰਦੇ ਨਾ, ਕਬੀਰ ਸਾਹਿਬ ਜੀ ਆਖਦੇ ਰਾਮ ਸਿਮਰ ਪਛਤਾਏਗਾ ਮਨ, ਪਾਪੀ ਜੀਰਾ ਲੋਭ ਕਰਤਾ ਹੈ ਆਜ ਕਾਲ ਉੱਠ ਜਾਏਗਾ। ਵੀ हे ਮੇਰੇ ਮਨਾ ਵੀ ਉਸ ਪਰਮਾਤਮਾ ਨੂੰ ਸਿਮਰਿਆ ਕਰ, ਉਸ ਪਰਮਾਤਮਾ ਨੂੰ ਯਾਦ ਕਰਿਆ ਕਰ, ਪਾਪੀ ਜੀਰਾ ਲੋਭ ਕਰਤਾ ਹੈ। ਵੀ ਇਹ ਜਿਹੜੀ ਪਾਪੀ ਜਿੰਦ ਹੈ ਵੀ ਇਹ ਪਾਪਾਂ ਦੇ ਨਾਲ ਭਰੀ ਹੋਈ, ਇਹ ਸਾਰੀ ਉਮਰ ਵੀ ਲੋਭ ਕਰਦੀ ਰਹਿੰਦੀ ਹੈ, ਲੋਭੀ ਬਿਰਤੀ ਰਹਿੰਦੀ ਹੈ ਵੀ ਮੈਂ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਵੀ ਇਹ ਦੂਸਰੇ ਦੀ ਚੀਜ਼ ਨੂੰ ਆਪਣੀ ਬਣਾ ਲਵਾਂ। ਵੀ ਹਾਂ ਮਿਹਨਤ ਕਰਕੇ ਵੀ ਇੱਥੇ ਵੀ ਸਤਿਗੁਰੂ ਪਾਤਸ਼ਾਹ ਨੇ ਇੱਥੋਂ ਤੱਕ ਇਹ ਗੱਲ ਆਖੀ ਹੈ ਵੀ ਭਾਈ ਤੂੰ ਧਰਮ ਦੀ ਮਿਹਨਤ ਕਰ, ਕਿਰਤ ਕਰ, ਕਿਰਤ ਕਰਕੇ ਤੂੰ ਭਾਵੇਂ ਜੋ ਮਰਜ਼ੀ ਬਣਾ ਲੈ, ਭਾਵੇਂ ਤੂੰ ਜਹਾਜ਼ ਖਰੀਦ ਲੈ। ਵੀ ਇਤਿਹਾਸ ਦੇ ਵਿੱਚ ਭਾਈ ਮੱਖਣ ਛੰਨ ਬਾਣਾ ਭਾਈ ਸਨਮੁਖ ਜੀ ਹੋਏ ਨੇ ਵੀ ਜਿਹੜੇ ਜਹਾਜ਼ਾਂ ਦੇ ਜਿਨ੍ਹਾਂ ਦਾ ਕਾਰੋਬਾਰ ਸੀ, ਜਹਾਜ਼ਾਂ ਦਾ ਕਾਰੋਬਾਰ, ਵੀ ਧਰਮ ਦੀ ਕਿਰਤ ਕਰਕੇ ਭਾਵੇਂ ਬੰਦਾ ਜੋ ਮਰਜ਼ੀ ਕਮਾ ਲਵੇ, ਉਹ ਲੋਭ ਨਹੀਂ ਹੈ ਕਿਉਂਕਿ ਉਹ ਮਿਹਨਤ ਕੀਤੀ ਹੈ, ਕਿਰਤ ਕੀਤੀ ਹੈ, ਜਿਹਦੇ ਅੰਦਰ ਕਿਸੇ ਦਾ ਹੱਕ ਨਹੀਂ ਮਾਰਿਆ, ਕਿਸੇ ਨਾਲ ਛਲ ਨਹੀਂ ਕੀਤਾ, ਕਿਸੇ ਨਾਲ ਧੋਖਾ ਨਹੀਂ ਕੀਤਾ। ਵੀ ਹਾਂ ਵੀ ਜੇਕਰ ਤੂੰ ਕਿਰਤ ਕਰਦਿਆਂ ਹੋਇਆਂ ਵੀ ਪੈਸਾ ਕਮਾਉਂਦਿਆਂ ਹੋਇਆਂ ਵੀ ਕਿਸੇ ਨਾਲ ਧੋਖਾ ਕਰਨਾ ਹੈ, ਕਿਸੇ ਨਾਲ ਛਲ ਕਰਨਾ ਹੈ, ਠੱਗੀ ਮਾਰਦਾ, ਰਿਸ਼ਵਤ ਲੈਣਾ, ਵੀ ਫਿਰ ਇਹ ਤੇਰੇ ਅੰਦਰ ਲੋਭੀ ਬਿਰਤੀ ਹੈ। ਤੇ ਇਸ ਲੋਭੀ ਬਿਰਤੀ ਦੇ ਨਾਲ ਬੰਦਾ ਭਾਵੇਂ ਜਿੰਨਾ ਮਰਜ਼ੀ ਕਮਾ ਲਵੇ, ਇਹ ਸਭ ਕੁਝ ਇੱਥੇ ਰਹਿ ਜਾਣਾ, ਕਿਸੇ ਨੇ ਨਾਲ ਨਹੀਂ ਲੈ ਕੇ ਜਾਣਾ। ਤੇ ਕਹਿੰਦੇ ਪਾਪੀ ਜੀਰਾ ਲੋਭ ਕਰਤਾ ਹੈ ਆਜ ਕਾਲ ਉੱਠ ਜਾਏਗਾ। ਵੀ ਬੰਦਾ ਸਾਰੀ ਉਮਰ ਇਸ ਲੋਭੀ ਬਿਰਤੀ ਦੇ ਅੰਦਰ ਫਸਿਆ ਹੋਇਆ ਪਾਪ ਕਮਾਉਂਦਾ ਰਹਿੰਦਾ, ਮਾੜੇ ਕੰਮ ਕਰਦਾ ਰਹਿੰਦਾ, ਤੇ ਅੱਜ ਕੱਲ ਉੱਠ ਜਾਵੇਗਾ। ਹੇ ਜਿੰਦੇ ਤੂੰ ਅੱਜ ਜਾਂ ਕੱਲ ਇਸ ਸੰਸਾਰ ਤੋਂ ਚਲੀ ਜਾਣਾ, ਵੀ ਤੇਰੇ ਇਸ ਸਰੀਰ ਦਾ ਨਾਸ਼ ਤੇ ਹੋ ਹੀ ਜਾਣਾ। ਤੇ ਇਹਦੇ ਲਈ ਕੀ ਕਰ, ਸਾਧੋ ਗੋਬਿੰਦ ਕੇ ਗੁਣ ਗਾਵੋ, ਮਾਨਸ ਜਨਮ ਅਮੋਲਕ ਪਾਇਓ, ਬਿਰਥਾ ਕਾਹੇ ਗਵਾਵੋ। ਵੀ ਹੇ ਭਾਈ ਪਰਮਾਤਮਾ ਦੇ ਗੁਣਾਂ ਨੂੰ ਗਾਇਆ ਕਰ। ਜਿਹਨੂੰ ਨੌਵੇਂ ਪਾਤਸ਼ਾਹ ਜੀ ਨੇ ਅੱਜ ਵੀ ਜਿੱਥੋਂ ਆਪਣੇ ਵਿਚਾਰ ਸ਼ੁਰੂ ਹੋਈ, ਕਰਨੋ ਹੁਤੋ ਸੋ ਨਾ ਕੀਓ ਪਰਿਓ ਲੋਭ ਕੈ ਫੰਦ, ਵੀ ਜਿਹੜਾ ਕੰਮ ਕਰਨ ਵਾਲਾ ਸੀ ਵੀ ਉਹ ਤੇ ਬੰਦੇ ਨੇ ਸਾਰੀ ਉਮਰ ਕੀਤਾ ਨਾ, ਵੀ ਜਿਹਦੇ ਕਰਕੇ ਇਸ ਸੰਸਾਰ ਦੇ ਅੰਦਰ ਆਇਆ ਸੀ, ਤੇ ਉਹ ਕਾਰਜ ਕਰਦਾ ਪਰਿਓ ਲੋਭ ਕੈ ਫੰਦ, ਇਸ ਲੋਭ ਬਿਰਤੀ ਦੇ ਵਿੱਚ ਫਸਿਆ ਹੋਇਆ ਸਾਰੀ ਉਮਰ ਮਾੜੇ ਕੰਮ ਕਰਦਾ ਰਿਹਾ, ਉਹ ਕੰਮ ਕਰਦਾ ਰਿਹਾ ਵੀ ਜਿਹਦੇ ਅੰਦਰ ਪਤਾ ਵੀ ਹੈ ਵੀ ਇਹਦੇ ਨਾਲ ਮੇਰਾ ਨੁਕਸਾਨ ਹੀ ਹੈ, ਇਹਦੇ ਨਾਲ ਮੇਰਾ ਘਾਟਾ ਹੀ ਹੈ, ਵੀ ਇਹਦੇ ਨਾਲ ਮੇਰੀ ਇੱਜ਼ਤ ਨਹੀਂ ਹੋਣੀ, ਵੀ ਲੋਕੀ ਮੇਰੀ ਇੱਜ਼ਤ ਨਹੀਂ ਕਰਨਗੇ, ਪਰ ਬੰਦਾ ਫਿਰ ਉਹ ਕੰਮ ਕਰਦਾ ਰਿਹਾ। ਤੇ ਪਾਤਸ਼ਾਹ ਦੀ ਕਿਰਪਾ ਕਰਦੇ, ਕਰਨੋ ਹੁਤੋ ਸੋ ਨਾ ਕੀਓ ਪਰਿਓ ਲੋਭ ਕੈ ਫੰਦ, ਨਾਨਕ ਸਮਿਓ ਰਮ ਗਿਓ ਅਬ ਕਿਉਂ ਰੋਭ ਤੇ ਅੰਧ।
ਵੀ हे ਨਾਨਕ ਵੀ ਜਦੋਂ ਸਮਾਂ ਲੰਘ ਗਿਆ, ਜਦੋਂ ਉਮਰ ਲੰਘ ਗਈ ਤੇ ਬਾਅਦ ਦੇ ਅੰਦਰ ਪਛਤਾਉਣ ਦਾ ਕੀ ਫਾਇਦਾ। ਕਿਸਾਨ ਨੇ ਫਸਲ ਬੀਜਣੀ ਹੋਵੇ, ਜ਼ਮੀਨ ਦੇ ਵਿੱਚ ਵੱਤਰ ਹੋਵੇ, ਜ਼ਮੀਨ ਚੰਗੀ ਤਰ੍ਹਾਂ ਵਾਹੀ ਵੀ ਹੋਵੇ ਤੇ ਕੋਈ ਦੂਸਰਾ ਆ ਕੇ ਆਖੇ ਵੀ ਭਾਈ ਤੇਰੀ ਜ਼ਮੀਨ ਦੇ ਵਿੱਚ ਵੱਤਰ ਹੈ, ਤੂੰ ਬੀਜ ਪਾ ਦੇ ਤੇ ਤੇਰੀ ਫਸਲ ਵਧੀਆ ਹੋ ਜਾਏਗੀ, ਉੱਗ ਪਏਗੀ। ਤੇ ਉਹ ਬੰਦਾ ਆਖੇ ਵੀ ਅੱਜ ਨਹੀਂ, ਕੱਲ ਨਹੀਂ, ਪਰਸੋਂ ਜਾ ਕੇ, ਹਰ ਰੋਜ਼ ਅੱਜ ਕੱਲ ਕਰਦਿਆਂ ਵੀ ਉਹ ਜਦੋਂ ਵੱਤਰ ਲੰਘ ਗਿਆ ਤੇ ਬੀਜ ਲੈ ਕੇ ਜਦੋਂ ਤੁਰ ਪਿਆ, ਝੋਲੇ ਲੈ ਕੇ ਜਾ ਕੇ ਬੀਜ ਪਾਇਆ, ਕੁਝ ਵੀ ਨਾ ਉੱਗਿਆ ਤੇ ਬਾਅਦ ਦੇ ਵਿੱਚ ਪਛਤਾਵੇ ਵੀ ਇਹ ਜੇਕਰ ਮੈਂ 2 ਜਾਂ 4 ਦਿਨ ਪਹਿਲਾਂ ਕਾਰਜ ਕਰ ਲੈਂਦਾ ਤੇ ਮੇਰਾ ਜੀਵਨ ਵੀ ਮੈਨੂੰ ਇਹ ਚੀਜ਼ ਦੀ ਫਸਲ ਪ੍ਰਾਪਤ ਹੋ ਜਾਂਦੀ, ਇਹ ਚੀਜ਼ ਦੀ ਪ੍ਰਾਪਤੀ ਹੋ ਜਾਂਦੀ। ਕਹਿੰਦੇ ਇਸੇ ਪ੍ਰਕਾਰ ਵੀ ਇਹ ਮਨੁੱਖਾ ਜਨਮ ਦੇ ਅੰਦਰ ਵੀ ਇਹ ਨਾਮ ਦਾ ਬੀਜ ਪਾ ਵੀ ਅੱਜ ਤੇਰੇ ਕੋਲ ਵੱਤਰ ਆ, ਵੀ ਜੇਕਰ ਇਹ ਸਮਾਂ ਲੰਘ ਗਿਆ, ਵੀ ਸਮਾਂ ਲੰਘਿਆ ਹੋਇਆ ਵਾਪਸ ਨਹੀਂ ਹੁੰਦਾ, ਇਹ ਹੱਥ ਨਹੀਂ ਹੁੰਦਾ ਵੀ ਸਮਾਂ ਲੰਘ ਗਿਆ ਤੇ ਬਾਅਦ ਦੇ ਵਿੱਚ ਤੈਨੂੰ ਪਛਤਾਉਣਾ ਪਵੇ, ਫਿਰ ਕੋਈ ਫਾਇਦਾ ਨਹੀਂ। ਤੇ ਤੇਰਾ ਤੇ ਜਿਹੜਾ ਜੀਵਨ ਹੈ ਵੀ ਇਹਦੇ ਕਰਕੇ ਐਵੇਂ ਲੰਘਿਆ ਜਾਂਦਾ ਵੀ ਇਹ ਹੀਰਿਆਂ ਵਰਗਾ ਤੇਰਾ ਜਨਮ ਸੀ ਵੀ ਤੂੰ ਕੋਡੀਆਂ ਦੇ ਪਾ ਲੰਘਾ ਰਿਹਾ, ਰੈਣ ਗਵਾਈ ਸੋਏ ਕਿਆ ਦਿਵਸ ਗਵਾਇਆ ਖਾਏ, ਹੀਰੇ ਜੈਸਾ ਜਨਮ ਹੈ ਕੋਡੀ ਬਦਲੇ ਜਾਏ। ਬੰਦਾ ਸਾਰੀ ਉਮਰ ਕਾਰਜ ਜ਼ਰੂਰ ਕਰਦਾ ਹੈ, ਪਰ ਉਹ ਕਾਰਜ ਕਰੀਏ ਵੀ ਜਿਹੜਾ ਧਰਮ ਦਾ ਹੋਵੇ, ਜਿਹਦੇ ਅੰਦਰ ਕਿਸੇ ਦੀ ਧੋਖੀ ਧੜੀ ਨਾ ਹੋਵੇ, ਕਿਸੇ ਨੂੰ ਲੁੱਟਿਆ ਨਾ ਜਾਵੇ। ਸੋ ਪਿਆਰ ਵਾਲਿਓ ਵੀ ਸਤਿਗੁਰਾਂ ਦੇ ਦਰ ਤੇ ਆਏ ਆ, ਵੀ ਚੱਲ ਕੇ ਆਏ ਆ, ਵੀ ਇਹ ਅਰਦਾਸ ਕਰਕੇ ਜਾਈਏ, ਗੁਰੂ ਦੇ ਕੋਲੋਂ ਇਹ ਮੰਗ ਕੇ ਜਾਈਏ ਵੀ ਸਤਿਗੁਰ ਪਾਤਸ਼ਾਹ ਜੀ ਇੰਨੀ ਸਮਤ ਬਖਸ਼ੋ, ਸਾਨੂੰ ਵੀ ਮਤ ਬਖਸ਼ੋ ਵੀ ਅਸੀਂ ਵੀ ਆਪਣੀ ਇਸ ਲੋਭੀ ਬਿਰਤੀ ਨੂੰ ਛੱਡ ਕੇ ਵੀ ਧਰਮ ਦੀ ਕਿਰਤ ਕਰੀਏ, ਕਿਸੇ ਨਾਲ ਧੋਖਾ ਧੜੀ ਨਾ ਕਰੀਏ, ਕਿਸੇ ਨੂੰ ਲੁੱਟੀਏ ਨਾ, ਵੀ ਦੂਸਰਿਆਂ ਦੀ ਚੀਜ਼ ਨੂੰ ਵੇਖ ਕੇ ਆਪ ਦੁਖੀ ਨਾ ਹੋਈਏ ਤੇ ਮਿਹਨਤ ਕਰਕੇ ਉਸ ਚੀਜ਼ ਨੂੰ ਪ੍ਰਾਪਤ ਕਰੀਏ। ਕਿਉਂ ਉਦਮ ਕਰਿੰਦਿਆਂ ਜੀਓ ਤੂੰ ਕਮਾਵਦਿਆਂ ਸੁੱਖ ਪੁੰਚ। ਇਹ ਬੰਦਿਆ ਤੂੰ ਜ਼ਿੰਦਗੀ ਦੇ ਅੰਦਰ ਜੇਕਰ ਸੁੱਖ ਚੁਣਨਾ ਹੈ ਤੇ ਮਿਹਨਤ ਕਰ, ਮੁਸ਼ੱਕਤ ਘਾਲਣੀ ਪਵੇਗੀ। ਕੋਈ ਵੀ ਕੰਮ ਕਰਨਾ ਹੋਵੇ ਉਹਦੇ ਲਈ ਮੁਸ਼ੱਕਤ ਜ਼ਰੂਰ ਘਾਲਣੀ ਪਵੇਗੀ। ਜੇਕਰ ਸਫਲ ਹੋਣਾ ਜ਼ਿੰਦਗੀ ਦੇ ਵਿੱਚ ਵੀ ਮੁਸ਼ੱਕਤ ਜ਼ਰੂਰ ਹੈ। ਵੀ ਅੱਜ ਬੱਚੇ ਜੇਕਰ ਕੋਈ SP ਲੱਗਦਾ, ਕੋਈ ਸਰਕਾਰੀ ਨੌਕਰੀ ਲੱਗਦਾ, ਕੋਈ ਡਾਕਟਰ ਬਣਦਾ, ਇੰਜੀਨੀਅਰ ਬਣਦਾ, ਉਹਦੇ ਲਈ ਪਹਿਲਾਂ